ਆਸਟ੍ਰੇਲੀਆ ਵਿੱਚ ਤਿੰਨਾਂ ਭਰਾਵਾਂ ਨੇ ਇੱਧਰੋਂ ਜਗ੍ਹਾ ਜ਼ਮੀਨ ਵੇਚ ਕੇ ਇਕੱਠਿਆਂ ਇੱਕ ਬਹੁਤ ਵੱਡਾ ਬੰਗਲਾ ਲਿਆ, ਘਰ ਲਿਆ, ਫਾਰਮ ਹਾਊਸ ਨਾਲ ਜ਼ਮੀਨ ਵੀ ਸੀ। ਉਹ 2 ਜਾਂ 3 ਮਹੀਨੇ ਤਕਰੀਬਨ ਉਸ ਘਰ ਵਿੱਚ ਰਹੇ। ਤਾਂ ਕਹਿੰਦੇ ਪਹਿਲਾਂ ਤਾਂ ਭਾਈ ਸਾਹਿਬ ਸਾਨੂੰ ਐਂ ਲੱਗਾ ਵੀ ਸਾਡਾ ਵਹਿਮ ਭਰਮ ਹੈ। ਜਦੋਂ ਫਿਰ ਘਰ ਦੀਆਂ ਮਾਈਆਂ ਵਿੱਚ ਉਹ ਡਰ ਪੈ, ਦਹਿਸ਼ਤ, ਫਿਰ ਬੱਚਿਆਂ ਵਿੱਚ ਡਿਪਰੈਸ਼ਨ ਹੋਣ ਲੱਗ ਪਿਆ। ਤਾਂ ਉਸ ਫਾਰਮ ਹਾਊਸ ਵਿੱਚ, ਉਹ ਬੰਗਲੇ ਵਿੱਚ ਆਵਾਜ਼ਾਂ ਸੁਣਾਈ ਦਿੰਦੀਆਂ ਸੀ। ਐਂ ਲੱਗਦਾ ਸੀ ਜਿਵੇਂ ਕੋਈ ਬੰਦੇ ਲੰਘ ਰਹੇ ਨੇ। ਤਾਂ ਉਹ ਸਹਿਜੇ ਸਹਿਜੇ ਉਹ ਘਰ ਉਹਨਾਂ ਨੂੰ ਡਰ ਦੇਣ ਲੱਗ ਪਿਆ। ਉਹ ਡਰ ਦੇ ਭੈ ਵਿੱਚ, ਡਿਪਰੈਸ਼ਨ ਵਿੱਚ ਰਹਿਣ ਲੱਗ ਪਏ। ਅਖੀਰ ਉਹ ਸਾਰਾ ਪਰਿਵਾਰ ਫਿਰ ਇੱਥੇ ਪੰਜਾਬ ਆ ਗਿਆ। ਤਾਂ ਮਹਾਂਪੁਰਸ਼ਾਂ ਦੇ ਕਹਿਣ ਉੱਤੇ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਕਰਾਇਆ। ਤਾਂ ਸੁਰਤੀ ਦਾ ਸੰਤੁਲਨ ਤਾਂ ਸਹੀ ਹੋ ਗਿਆ। ਫਿਰ ਉਹ ਮਹਾਂਪੁਰਸ਼ਾਂ ਕਿਹਾ ਭਾਈ ਉਹ ਘਰ ਵੇਚ ਦਿਓ। ਉਹ ਕਹਿੰਦੇ ਜੀ ਕਿਉਂ? ਕਹਿੰਦੇ ਭਾਈ ਉੱਥੇ ਰਹਿਣ ਵਾਲਿਆਂ ਦੀਆਂ ਰੂਹਾਂ ਉੱਥੇ ਰਹਿ ਗਈਆਂ ਨੇ, ਇਸ ਕਰਕੇ ਉਹ ਰੂਹਾਂ ਪ੍ਰੇਤ ਦੀ ਜੂਨ ਵਿੱਚ ਜਿੰਨੀ ਦੇਰ ਮੁਕਤੀ ਨਹੀਂ ਉੱਥੇ ਡਰ ਦੇਣਗੀਆਂ। ਫਿਰ ਸਾਧ ਸੰਗਤ ਉਹਨਾਂ ਨੇ ਉਹ ਫਾਰਮ ਹਾਊਸ ਵੇਚ ਦਿੱਤਾ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੁਕਰ ਜੋਨ ਬਲ ਬਲ ਉਤਰੈ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਵੇਸ਼ਵਾ ਜੋਨ ਬਲ ਬਲ ਉਤਰੈ। ਮਹਾਰਾਜ ਮੁਕਤ ਕੌਣ ਹੁੰਦਾ? ਫਿਰ ਸਾਹਿਬ ਨੇ ਬਚਨ ਕਹੇ, ਅੰਤ ਕਾਲ ਨਾਰਾਇਣ ਸਿਮਰੈ। ਅੰਤ ਵੇਲੇ ਸੁਰਤੀ ਵਿੱਚ ਆ ਜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਬੰਦਾ ਡੈਫੀਨੇਟ ਮੁਕਤ ਹੁੰਦਾ। ਹਰ ਰੋਜ਼ ਸਤਸੰਗਤ ਕਰਨ ਦਾ ਜਿਹੜਾ ਪਾਤਸ਼ਾਹ ਨੇ ਸਾਨੂੰ ਕਨਸੈਪਟ ਦਿੱਤਾ ਹੈ, ਨਾਮ ਜਪਣ ਦਾ, ਨਿਤਨੇਮ ਕਰਨ ਦਾ, ਉਹਦਾ ਭਾਵ ਅਰਥ ਹੀ ਇਹ ਹੈ, ਜਦੋਂ ਇਸ ਸਰੀਰ ਦਾ ਅੰਤਮ ਸਮਾਂ ਆਵੇ ਤਾਂ ਉਹਦੀ ਸੁਰਤੀ ਦੇ ਸਾਹਮਣੇ ਉਸੇ ਤਰ੍ਹਾਂ ਦਾ ਆਨੰਦ ਬਣ ਜਾਏ ਜਿਹੜਾ ਉਹਨੇ ਬਾਣੀ ਪੜ੍ਹਦਿਆਂ ਕਿਤੇ ਮਾਣਿਆ। ਜਿਸ ਤਰ੍ਹਾਂ ਦਾ ਆਨੰਦ ਰੂਹ ਨੇ, ਸੁਰਤ ਨੇ ਸਤਸੰਗਤ ਵਿੱਚ ਕਿਤੇ ਮਾਣਿਆ, ਉਸੇ ਤਰ੍ਹਾਂ ਦਾ ਉਹਦਾ ਮਾਹੌਲ ਉਸ ਵਕਤ ਕ੍ਰੀਏਟ ਹੋ ਜਾਏ। ਇਸ ਵਾਸਤੇ ਇਹ ਸਤਸੰਗਤ ਕਰਨੀ। ਇਸੇ ਲਈ ਹਜ਼ੂਰ ਨੇ ਬਚਨ ਕਿਹਾ, ਭਾਈ ਜੇ ਤੂੰ ਚਾਹੁੰਦਾ ਦਰਗਾਹ ਵਿੱਚ ਥਾਂ ਮਿਲ ਜਾਏ, ਫਿਰ ਤੈਨੂੰ ਐਵਰੀਡੇ 4 ਕਰਮ ਤਾਂ ਕਰਨੇ ਹੀ ਪੈਣਗੇ। ਮਹਾਰਾਜ ਉਹ ਕਿਹੜੇ? ਕਹਿਣ ਲੱਗੇ ਤਾਂ ਅੰਤਿਕਰਨ ਵਿੱਚ, ਸੁਰਤ ਵਿੱਚ, ਮਨ ਹਿਰਦੇ ਵਿੱਚ ਚੇਤੇ ਜ਼ਰੂਰ ਕਰਿਆ ਕਰ। ਦਿਨ ਵਿੱਚ 2 ਵਾਰ 4 ਵਾਰ 10 ਵਾਰ ਉਸ ਵਾਹਿਗੁਰੂ ਨੂੰ ਚੇਤੇ ਕਰ ਮਨ ਵਿੱਚ। ਹੁਣ ਮਨ ਵਿੱਚ ਤੈਨੂੰ ਸੁਰਤ ਵਿੱਚ, ਅੰਤਕਰਨ ਵਿੱਚ ਉਹ ਯਾਦ ਰਵੇ, ਉਹਦੇ ਵਾਸਤੇ ਬਾਹਰੋਂ ਅਭਿਆਸ ਕਰਨਾ ਫਿਰ ਜ਼ਰੂਰੀ ਹੈ। ਤੁਰਦਿਆਂ ਫਿਰਦਿਆਂ ਰਸਨਾ ਤੋਂ ਵੀ ਕਹੀ ਜਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇਬਾਂ ਨਾਲ ਜਪਣਾ ਹੈ, ਰਸਨਾ ਨਾਲ। ਤੀਜਾ, ਹੁਣ ਰਸਨਾ ਨਾਲ ਜਪਣ ਲਈ ਉਸ ਤਰ੍ਹਾਂ ਦਾ ਮਾਹੌਲ ਬਣੇ, ਕਿਉਂਕਿ ਜੋ ਤੁਹਾਨੂੰ ਅੱਖਾਂ ਨਾਲ ਸਾਹਮਣੇ ਦਿਸ ਰਿਹਾ ਤੁਸੀਂ ਉਹਦਾ ਹੀ ਧਿਆਨ ਧਰੋਗੇ। ਬਾਜ਼ਾਰ ਵਿੱਚ ਜਿਸ ਤਰ੍ਹਾਂ ਦੇ ਬਾਜ਼ਾਰ 'ਚੋਂ ਲੰਘ ਰਹੇ ਹੋ ਤਾਂ ਉਹ ਕੱਪੜੇ ਦਾ ਬਾਜ਼ਾਰ ਹੈ, ਤਾਂ ਸੁਰਤੀ ਵਿੱਚ ਕੱਪੜੇ ਦੀ ਗੱਲ ਚੱਲੇਗੀ। ਸੁਨਿਆਰ ਦੇ ਬਾਜ਼ਾਰ ਵਿੱਚੋਂ ਲੰਘ ਰਹੇ ਹੋ, ਉਹ ਵੇਖ ਕੇ ਸੋਨੇ ਦੀਆਂ ਗੱਲਾਂ ਚੱਲਣਗੀਆਂ। ਇਸ ਤਰ੍ਹਾਂ ਮਹਾਰਾਜ ਨੇ ਕਿਹਾ, ਦਿਨ ਵਿੱਚ 1 ਵਾਰ ਤਾਂ ਤੈਨੂੰ ਗੁਰੂ ਕੋਲੋਂ ਲੰਘਣਾ ਪੈਣਾ, ਤਾਂ ਜੋ ਤੇਰੀ ਸੁਰਤ ਵੀ ਜਪਣ ਲੱਗ ਜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਲਈ 1 ਵਾਰ ਅੱਖਾਂ ਨਾਲ ਵੀ ਗੁਰੂ ਦੇ ਦਰਸ਼ਨ ਕਰ, ਔਰ ਫਿਰ ਕੰਨਾਂ ਨਾਲ ਸੁਰਤ ਸੁਣ, ਕੰਨਾਂ ਨਾਲ ਉਸ ਵਾਹਿਗੁਰੂ ਦਾ ਨਾਮ ਸੁਣ। ਜਦੋਂ ਤੂੰ ਜਪੇ, ਰਿਵਰਸ ਤੇਰੇ ਕੰਨ ਸੁਣਨ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ 4 ਕਰਮ ਤੂੰ ਸਤਿਗੁਰੂ ਨਾਲ ਰਤਿਆ ਜਾਏਗਾ। ਅੰਤ ਵੇਲੇ ਇਹ ਤੈਨੂੰ ਦਰਗਾਹ ਵਿੱਚ ਥਾਂ ਦਿਵਾਉਣਗੇ। ਉਸੇ ਵਕਤ ਜਦੋਂ ਅੰਤਮ ਸਮਾਂ, ਸਰੀਰ ਦਾ ਸਮਾਂ ਨੇੜੇ ਆਉਣਾ,
ਉਦੋਂ ਉਸ ਤਰ੍ਹਾਂ ਦਾ ਮਾਹੌਲ ਬਣੇਗਾ ਤੇਰਾ। ਸ਼ਬਦ ਵੀ ਤੁਹਾਨੂੰ ਯਾਦ ਹੈ ਜਿੱਥੇ ਹਜ਼ੂਰ ਕਹਿੰਦੇ ਸ਼ਲੋਕ ਮਹੱਲਾ ਪੰਜਵਾ, ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ। ਪੜੋ, ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ, ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ। ਇਹਦੇ ਨਾਲ ਕੀ ਹੋਏਗਾ? ਚਾਰੇ ਕਰਮ ਕਰਨ ਨਾਲ ਫਿਰ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਓ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇ। ਭਾਈਓ ਜਗਤ ਵਿੱਚ ਵਿਰਲੇ ਨੇ ਫਿਰ ਜਿਹੜੇ ਕਰਮ ਕਮਾ ਜਾਂਦੇ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਵਦ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਬਾਕੈ ਹਿਰਦੈ ਵਸੈ। ਉਹ ਮੁਕਤ ਹੈ। ਤੇ ਜੇ ਹਰ ਇੱਕ ਇਨਸਾਨ ਦਾ ਜੀਵ ਦਾ ਜਨਮ ਕਿਸੇ ਵਾਸ਼ਨਾ ਕਰਕੇ ਹੁੰਦਾ ਹੈ, ਕਿਸੇ ਕਾਮਨਾ ਕਰਕੇ ਹੁੰਦਾ ਹੈ, ਕੋਈ ਮਨ ਵਿੱਚ ਇੱਛਾ ਰਹਿ ਗਈ, ਉਮਰ ਖਤਮ ਹੋ ਗਈ, ਉਹਨੂੰ ਦੁਬਾਰਾ ਜਨਮ ਲੈਣਾ ਪੈਂਦਾ। ਫਿਰ ਕਿਸੇ ਸੰਤ ਦਾ ਜਨਮ ਕਿਉਂ ਹੁੰਦਾ ਹੈ? ਸੰਤ ਦੀ ਤਾਂ ਕੋਈ ਇੱਛਾ ਨਹੀਂ ਹੈ, ਉਹ ਤਾਂ ਮੁਕਤ ਹੈ। ਉਹਨੂੰ ਧਰਤੀ ਉੱਤੇ ਕਿਉਂ ਸਰੀਰ ਧਾਰਨ ਕਰਨਾ ਪੈਂਦਾ? ਉਹਦੇ ਬਾਰੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਭਾਈ ਸੰਤ ਜਨਮ ਮਰਨ ਵਿੱਚ ਨਹੀਂ ਹੈ, ਸਾਧੂ ਜਨਮ ਤੇ ਮਰਨ ਵਿੱਚ ਨਹੀਂ ਹੈ। ਮਹਾਰਾਜ ਫਿਰ ਉਹ ਕਿਉਂ ਜਨਮ ਲੈਂਦੇ? ਕਹਿਣਗੇ ਉਹਨਾਂ ਦੀ ਵੀ ਪਿਛਲੇ ਜਨਮ ਵਿੱਚ ਕੋਈ ਵਾਸ਼ਨਾ ਰਹਿ ਗਈ, ਉਹਦੇ ਤਹਿਤ ਉਹਨਾਂ ਨੂੰ ਸੰਸਾਰ ਵਿੱਚ ਸਰੀਰ ਦਿੱਤਾ ਹੈ, ਪਰ ਉਹਨਾਂ ਦੀ ਵਾਸ਼ਨਾ ਕੀ ਰਹਿ ਗਈ? ਉਹਨਾਂ ਦੀਆਂ ਵਾਸ਼ਨਾਵਾਂ ਕਾਮਨਾਵਾਂ ਸੰਸਾਰੀ ਨਹੀਂ, ਇੱਕ ਸਾਧੂ ਦੀ ਸੁਰਤ ਵਿੱਚ ਵਾਸ਼ਨਾ ਰਹਿ ਗਈ, ਮੈਂ ਅਜੇ ਹੋਰ ਪਰਉਪਕਾਰ ਕਰਨਾ ਹੈ, ਮੈਂ ਅਜੇ ਹੋਰ ਸੇਵਾ ਕਰਨੀ ਹੈ। ਉਮਰ ਮੁੱਕ ਜਾਂਦੀ ਹੈ, ਸੇਵਾ ਦਾ ਪਰਉਪਕਾਰ ਦਾ ਅੰਦਰ ਇੱਛਾ ਰਹਿ ਜਾਂਦੀ ਹੈ, ਉਹਨੂੰ ਦੁਬਾਰਾ ਅਗਲੇ ਜਨਮ ਵਿੱਚ ਫਿਰ ਆਉਣਾ ਪੈਂਦਾ ਹੈ। ਇਸ ਲਈ ਸਾਧ ਸੰਗਤ ਹਜ਼ੂਰ ਨੇ ਕਿਹਾ ਜਨਮ ਮਰਨ ਦੋਹੂ ਮੈਂ ਨਾਹੀ। ਫਿਰ ਕਿਉਂ ਆਏ? ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਉਹਨਾਂ ਦੀ ਡਿਊਟੀ ਪਰ ਉਪਕਾਰ ਵਾਸਤੇ ਲੱਗਦੀ ਹੈ। ਔਰ ਸਾਧ ਸੰਗਤ ਕਿਸੇ ਇੰਸਟੀਚਿਊਟ ਕਿਸੇ ਕਾਲਜ ਵਿੱਚ ਸੰਤ ਬਣਾਏ ਨਹੀਂ ਜਾਂਦੇ, ਉਹ ਦਰਗਾਹ ਤੋਂ ਸੇਵਾ ਥਾਪੀ ਆਉਂਦੀ ਹੈ ਧਰਤੀ ਤੇ। ਐਂ ਜੇ ਬਣਾਏ ਜਾਂਦੇ ਹੁਣ ਸਾਰੀ ਦੁਨੀਆ ਬਣ ਜਾਏ। ਸਤਿਗੁਰ ਸੱਚੇ ਪਾਤਸ਼ਾਹ ਨੇ ਜੀਵਨ ਸਫਲ ਕਰਨ ਲਈ ਗੁਰਸਿੱਖਾਂ ਨੂੰ ਜਦੋਂ ਬਖਸ਼ਿਸ਼ ਕੀਤੀ ਤਾਂ ਸਾਧ ਸੰਗਤ ਸਤਿਗੁਰ ਜੀ ਨੇ ਉਹ ਮਾਰਗ ਦੱਸਿਆ, ਭਾਈ ਤੁਸੀਂ ਬਾਣੀ ਨੂੰ ਸੁਣਨਾ ਹੈ, ਸਮਝਣਾ ਹੈ ਤੇ ਕਮਾਉਣਾ ਹੈ। ਜਿੱਦਣ ਕੋਈ ਸਿੱਖ ਗੁਰੂ ਦੇ ਅਨੁਸਾਰ, ਕੋਈ ਗੁਰਮੁਖ ਗੁਰੂ ਦੀ ਦੱਸੇ ਹੋਏ ਸਬਜੈਕਟ ਨੂੰ ਚੰਗੀ ਤਰ੍ਹਾਂ ਕਮਾ ਲੈਂਦਾ, ਗੁਰੂ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਜਾਂਦਾ, ਉਦਣ ਸਾਧ ਸੰਗਤ ਗੁਰੂ ਉਹਨੂੰ ਗੁਰਮੁਖ ਦਾ ਦਰਜਾ ਦੇ ਦਿੰਦਾ। ਹੁਣ ਗੁਰੂ ਦੀ ਪ੍ਰੀਖਿਆ ਕੀ ਹੈ? ਸੰਸਾਰ ਵਿੱਚ ਰਹਿੰਦਿਆਂ ਦੁੱਖ ਸੁੱਖ, ਹਰਖ ਸੋਗ, ਖੁਸ਼ੀ ਗਮ, ਤੰਦਰੁਸਤੀ ਰੋਗ, ਉਸਤਤ ਨਿੰਦਿਆ, ਹਾਨ ਤੇ ਲਾਭ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਣਾ, ਇਹ ਗੁਰਮੁਖ ਦੀ ਡਿਗਰੀ ਹੈ। ਇੱਕ ਕਲਾਸ ਵਿੱਚ ਨਹੀਂ, ਇੱਕ ਪੂਰੇ ਸਕੂਲ ਕਾਲਜ ਵਿੱਚ ਵੇਖੋ, ਹਜ਼ਾਰਾਂ ਹੀ ਸਟੂਡੈਂਟ ਪੜ੍ਹ ਕੇ ਨਿਕਲਦੇ ਨੇ, ਪਰ ਕਈਆਂ ਕਾਲਜਾਂ ਨੂੰ ਚਲਦਿਆਂ 50-50 ਸਾਲ ਹੋ ਗਏ, ਹਜ਼ਾਰਾਂ ਲੱਖਾਂ ਸਟੂਡੈਂਟ ਉੱਥੋਂ ਪੜ੍ਹ ਗਏ, ਪਰ ਸਾਧ ਸੰਗਤ ਕੋਈ ਵਿਰਲੇ ਇੱਕ ਦੋ ਉਸ ਕਾਲਜ ਵਿੱਚੋਂ IPS ਨਿਕਲਦੇ ਨੇ। ਮਾਫ ਕਰਿਓ, ਸਾਰੇ ਸਟੂਡੈਂਟ IPS ਨਹੀਂ ਬਣਦੇ। ਕੋਈ ਇੰਜੀਨੀਅਰ ਬਣ ਸਕਦੇ ਨੇ, ਡਾਕਟਰ ਬਣ ਸਕਦੇ ਨੇ, ਉਹ ਵੀ ਗਿਣਤੀ ਵਿੱਚ। ਪਰ ਕੁਝ ਡਿਗਰੀਆਂ ਐਸੀਆਂ ਨੇ ਜਿਹੜੀਆਂ ਹਰ ਕਾਲਜ ਵਿੱਚੋਂ ਉਹ ਸਟੂਡੈਂਟ ਨਹੀਂ ਨਿਕਲ ਸਕਦੇ। ਉਹਨਾਂ ਵਿੱਚੋਂ ਹਜ਼ਾਰਾਂ ਤੋਂ ਬਾਅਦ, ਕੋਈ ਲੱਖਾਂ ਸਟੂਡੈਂਟਾਂ ਤੋਂ ਬਾਅਦ ਕੋਈ ਇੱਕ ਅੱਧ ਉਸ ਕਾਲਜ ਵਿੱਚੋਂ IPS ਬਣ ਕੇ ਨਿਕਲਦਾ। ਇਸ ਤਰ੍ਹਾਂ ਸਾਧ ਸੰਗਤ ਗੁਰੂ ਦੇ ਦਰ ਉੱਤੇ ਵੀ ਆਪਾਂ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਹੀ ਸਿੱਖ ਸੇਵਾ ਕਮਾ ਰਹੇ ਹਾਂ, ਪਰ ਇਹ ਸੱਚ ਹੈ ਉਹਨਾਂ ਲੱਖਾਂ ਵਿੱਚੋਂ ਕਿਸੇ ਵਿਰਲੇ ਨੂੰ ਗੁਰੂ ਚੁਣਦਾ, ਜਿਹਨੂੰ ਚੁਣਨ ਤੋਂ ਬਾਅਦ ਆਪਣੀ ਸੇਵਾ ਬਖਸ਼ਦਾ, ਉਹਨੂੰ ਫਿਰ ਸਾਹਿਬ ਨੇ ਕਿਹਾ ਉਹ ਜਨਮ ਤੇ ਮਰਨ ਤੋਂ ਮੁਕਤ ਔਰ ਉਹ ਜੀਵਨ ਸਫਲ ਕਰ ਜਾਂਦੇ। ਜਦੋਂ ਗੁਰੂ ਉਹਨਾਂ ਦੀ ਚੋਣ ਕਰਦਾ,
ਗੁਰੂ ਉਸ ਪ੍ਰੀਖਿਆ ਦੇ ਵਿੱਚੋਂ ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਬੇਨਤੀ ਕਹੀ, ਜਿਵੇਂ ਜਿਵੇਂ ਕਲਾਸਾਂ ਵੱਧਦੀਆਂ ਨਾ ਤਿਵੇਂ ਤਿਵੇਂ ਕਿਤਾਬਾਂ ਘਟਦੀਆਂ ਨੇ। ਛੋਟੀ ਕਲਾਸ ਵਿੱਚ ਬੈਗ ਬਹੁਤ ਵੱਡਾ ਹੈ, ਕਈ ਵਾਰ ਤਾਂ ਪੇਰੈਂਟਸ ਨੂੰ, ਮਾਂ ਪਿਓ ਨੂੰ ਚੁੱਕ ਕੇ ਬੈਗ ਲੈ ਕੇ ਜਾਣਾ ਪੈਂਦਾ, ਉਹ ਬੱਸ ਤੱਕ ਵੀ ਛੱਡਣ ਜਾਂਦੇ ਨੇ, ਸਕੂਲ ਵਿੱਚ ਵੀ। ਬੱਚੇ ਦੀ ਕਲਾਸ ਛੋਟੀ ਹੈ, ਕਿਤਾਬਾਂ ਦਾ ਬੈਗ ਵੱਡਾ ਹੈ। ਜਿਵੇਂ ਜਿਵੇਂ ਉਹਦੀਆਂ ਕਲਾਸਾਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ, ਉਹ ਕਲਾਸ ਪਾਸ ਕਰਦਾ ਜਾਂਦਾ ਹੈ, ਤਿਵੇਂ ਤਿਵੇਂ ਬੁੱਕਸ ਘਟਦੀਆਂ ਜਾਂਦੀਆਂ ਨੇ। ਇੱਕ ਕਾਲਜ ਵਿੱਚ ਇੱਦਾਂ ਦੀ ਵੀ ਫਿਰ ਕਲਾਸ ਆ ਜਾਂਦੀ ਹੈ ਜਿੱਥੇ ਇੱਕੋ ਹੀ ਬੁੱਕ ਔਰ ਇੱਕੋ ਹੀ ਉਹਦੇ ਹੱਥ ਵਿੱਚ ਰਜਿਸਟਰ ਹੈ, ਉਹਨੂੰ ਬਹੁਤੀਆਂ ਕਿਤਾਬਾਂ ਦੀ ਲੋੜ ਨਹੀਂ ਪੈਂਦੀ, ਉਹ ਸਿਰਫ ਲੈਕਚਰ ਅਟੈਂਡ ਕਰਦਾ, ਡਿਗਰੀ ਕਰ ਰਿਹਾ। ਇਸੇ ਤਰ੍ਹਾਂ ਗੁਰਮਤ ਦੇ ਅੰਦਰ ਹੈ, ਜਿਵੇਂ ਜਿਵੇਂ ਸਿੱਖ ਕਲਾਸ ਵੱਧਦੀ ਜਾਂਦੀ, ਉਹਦੀ ਗੁਰੂ ਦੀ ਦਿੱਤੀ ਹੋਈ ਪ੍ਰੀਖਿਆ ਵਿੱਚੋਂ ਅੱਗੇ ਲੰਘਦਾ, ਤਿਵੇਂ ਤਿਵੇਂ ਸਾਧ ਸੰਗਤ ਬਾਹਰੀ ਤੌਰ 'ਤੇ ਬਹੁਤ ਕੁਝ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਏਗਾ, ਉਹਦੇ ਕੋਲ ਬਹੁਤ ਕੁਝ ਘਟਦਾ ਜਾਏਗਾ, ਉਹਦਾ ਬਹੁਤ ਲੰਬਾ ਹੋ ਸਕਦਾ ਨਿਤਨੇਮ ਨਾ ਹੋਵੇ। ਤੁਸੀਂ ਵੇਖ ਕੇ ਹੈਰਾਨ ਹੋਵੋਗੇ ਕਿ ਇਹ ਤਾਂ ਬਹੁਤ ਵੱਡਾ ਪਾਠ ਵੀ ਨਹੀਂ ਕਰ ਰਿਹਾ, ਅਸੀਂ ਤਾਂ ਪਾਠ ਵੀ ਜ਼ਿਆਦਾ ਕਰੀਦਾ, ਅਸੀਂ ਤਾਂ ਬਾਹਰੀ ਤੌਰ 'ਤੇ ਪਾਠ ਵੀ ਜ਼ਿਆਦਾ ਕਰੀਦਾ, ਇਹਨਾਂ ਦਾ ਤਾਂ ਪੂਜਾ ਪਾਠ ਵੀ ਘੱਟ ਹੈ, ਇਹਦਾ ਤਾਂ ਨਿਤਨੇਮ ਵੀ ਘੱਟ ਹੈ। ਉਹ ਸਾਧ ਸੰਗਤ ਬਾਹਰੀ ਤੌਰ 'ਤੇ ਬਹੁਤ ਕੁਝ ਘਟ ਜਾਂਦਾ, ਅੰਤਰੀਵ ਤੌਰ 'ਤੇ ਕਲਾਸ ਇੰਨੀ ਉੱਚੀ ਹੋ ਜਾਂਦੀ ਹੈ, ਉਹ ਉਸ ਬਰੀਕ ਚੀਜ਼ 'ਚੋਂ ਲੰਘਣ ਲੱਗ ਪੈਂਦਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਿਓ ਨਿਕਸੋ ਕਿਉਂ ਕਹਿ ਜਾਏ। ਉਹ ਸਰੋਂ ਦੇ ਵੀ 10ਵੇਂ ਹਿੱਸੇ ਜਿੰਨਾ ਬਰੀਕ ਹੋ ਜਾਂਦਾ, ਔਰ ਸਾਧ ਸੰਗਤ ਉੱਥੇ ਬਹੁਤ ਕੁਝ ਬਾਹਰੋਂ ਛੁੱਟ ਜਾਂਦਾ। ਅਸੀਂ ਬਾਹਰੀ ਤੌਰ 'ਤੇ ਕਈ ਬੰਦਿਆਂ ਨੂੰ ਸਨਮਾਨ ਸਤਿਕਾਰ ਵਿੱਚ ਹੀ ਰਹਿ ਜਾਈਦਾ, ਸਾਧੂ ਜਿਹੜਾ ਉਹ ਇਸ ਚੀਜ਼ ਤੋਂ ਉੱਪਰ ਉੱਠ ਜਾਂਦਾ। ਜ਼ਰੂਰੀ ਨਹੀਂ ਉਹ ਸੈਂਕੜੇ ਬੰਦਿਆਂ ਦਾ ਅਦਬ ਸਤਿਕਾਰ ਕਰੇ, ਜ਼ਰੂਰੀ ਨਹੀਂ ਉਹ ਕਿਸੇ ਦੀ ਪਰਵਾਹ ਕਰਕੇ ਚੱਲੇ, ਉਹਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ, ਉਹ ਬੇਪਰਵਾਹ ਹੋਣ ਲੱਗ ਪੈਂਦਾ। ਦੁਨੀਆ ਰੁੱਸ ਜਾਏ ਤਾਂ ਵੀ ਕੋਈ ਪਰਵਾਹ ਨਹੀਂ, ਲੋਕ ਮੱਥਾ ਟੇਕਣ ਲੱਗ ਜਾਣ ਤਾਂ ਵੀ ਕੋਈ ਪਰਵਾਹ ਨਹੀਂ, ਉਹਦੇ ਉੱਤੇ ਇਸ ਗੱਲ ਦੀ ਕੋਈ ਅਸਰ ਨਹੀਂ ਹੁੰਦਾ ਕਿ ਹਜ਼ਾਰਾਂ ਲੋਕ ਉਸ ਨੂੰ ਨਮਸਕਾਰ ਕਰ ਰਹੇ ਨੇ, ਹਜ਼ਾਰਾਂ ਲੋਕ ਉਸ ਦੀ ਨਿੰਦਿਆ ਕਰ ਰਹੇ ਨੇ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ। ਇਹ ਬੜਾ ਬਰੀਕ ਰਸਤਾ ਹੈ। ਸਾਨੂੰ 10 20 50 ਬੰਦੇ ਵਡਿਆਈ ਦੇਣ ਅਸੀਂ ਖੁਸ਼ ਹੋਈਦਾ, 2 ਬੰਦੇ ਵਿੱਚੋਂ ਨਰਾਦਰੀ ਕਰ ਦੇਣ ਤਾਂ ਉਦਾਸ ਵੀ ਹੋ ਜਾਈਦਾ, 2 ਬੰਦੇ ਮਾਣ ਸਤਿਕਾਰ ਨਾ ਕਰਨ ਤਾਂ ਬੰਦੇ ਦੀ ਉਹ 100 ਬੰਦੇ ਦੀ ਵਡਿਆਈ ਜਿਹੜੀ ਹੈ ਉਦਾਸ ਹੋ ਜਾਂਦਾ ਬੰਦਾ। ਇਸ ਲਈ ਪਾਤਸ਼ਾਹ ਨੇ ਕਿਹਾ ਇਹ ਡਿਗਰੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ, ਜੋ ਨਰ ਹੈ ਤਾਂ ਉਹ ਸਰੀਰ ਧਾਰੀ, ਪਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਤਿੰਨ ਜਗ ਤਤ ਪਛਾਨਾ। ਉਹਨੂੰ ਫਿਰ ਸਾਹਿਬ ਨੇ ਕਿਹਾ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਭਾਈ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਸ ਖੇਡ ਨੂੰ ਸਮਝ ਲੈਂਦਾ ਔਰ ਸਰੀਰ ਕਰਕੇ ਉਹ ਸੰਸਾਰ ਵਿੱਚ ਰਹਿੰਦਾ, ਸੁਰਤ ਕਰਕੇ ਕਿਸੇ ਹੋਰ ਮੰਡਲ ਵਿੱਚ ਰਹਿਣ ਲੱਗ ਪੈਂਦਾ, ਸੁਰਤ ਕਰਕੇ ਕਿਸੇ ਹੋਰ ਦੇਸ਼ ਦਾ ਵਾਸੀ ਹੋ ਜਾਂਦਾ, ਉਹਦੇ ਬਾਰੇ ਲੋਕਾਂ ਨੂੰ ਭੁਲੇਖਾ ਵੀ ਪੈ ਸਕਦਾ। ਕਈ ਵਾਰ ਤਾਂ ਕਿਸੇ ਗੁਰਮੁਖ ਦੀ ਹੋ ਸਕਦਾ ਸੇਵਾ ਤੇ ਬੰਦਗੀ ਦਾ ਪੜਦਾ ਉਹਦੇ ਸਰੀਰ ਜਾਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੇ, ਪਹਿਲਾਂ ਨਹੀਂ ਵੀ ਪਤਾ ਲੱਗਦਾ, ਕਿਉਂਕਿ ਸੰਤ ਦੀ ਇਹ ਨਿਸ਼ਾਨੀ ਹੈ, ਗੁਰਮੁਖ ਦੀ ਇਹ ਨਿਸ਼ਾਨੀ ਹੈ, ਗੁਰਸਿੱਖ ਦੀ ਇਹੀ ਨਿਸ਼ਾਨੀ ਹੈ। ਉਹ ਇੰਨਾ ਕੁ ਬਰੀਕ, ਇੰਨੀ ਨਿਰਮਾਣਤਾ ਵਿੱਚ ਆ ਜਾਂਦਾ, ਸਾਧ ਸੰਗਤ ਆਖਰੀ ਦਮ ਤੱਕ ਡਿਕਲੇਅਰ ਹੀ ਨਹੀਂ ਕਰਦਾ ਮੈਂ ਕਿਤੇ ਪਹੁੰਚ ਗਿਆ। ਲੋਕ ਸਮੇਂ ਤੋਂ ਪਹਿਲਾਂ ਡਿਕਲੇਅਰ ਕਰ ਦਿੰਦੇ ਨੇ ਮੈਂ ਕੁਝ ਬਣ ਗਿਆ। ਸਾਧੂ ਗੁਰਸਿੱਖ ਦੀ ਇਹ ਨਿਸ਼ਾਨੀ ਹੈ, ਉਹ ਸਮੇਂ ਤੋਂ ਪਹਿਲਾਂ ਕਦੇ ਡਿਕਲੇਅਰ ਨਹੀਂ ਕਰਦਾ। ਹੋ ਸਕਦਾ ਉਹਦੇ ਸਰੀਰ ਜਾਣ ਤੋਂ ਬਾਅਦ ਦੁਨੀਆ ਡਿਕਲੇਅਰ ਕਰੇ ਕਿ ਕੁਝ ਹੈ, ਨਹੀਂ ਤੇ ਉਹ ਇਸ ਭੁਲੇਖੇ ਵਿੱਚ ਸੰਸਾਰ ਨੂੰ ਵੀ ਰੱਖ ਲੈਂਦਾ। ਭਾਈ ਗੁਰਦਾਸ ਸਾਹਿਬ ਨੇ ਬਚਨ ਕਿਹਾ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਪੀੜੀ। ਮਹਾਰਾਜ ਕਿੰਨੀ ਕੁ ਬਰੀਕ ਹੈ। ਫਿਰ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ, ਉਹ ਕਹਿੰਦੇ ਨੇ, ਧਰਤੀ ਪੈਰਾਂ ਹੇਠ ਹੈ,
ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਮਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ, ਤਪਦਾ ਪਰਉਪਕਾਰ ਨੂੰ, ਠੰਡੇ ਪਰਉਪਕਾਰ ਬਿਹਾਣੀ। ਜੇ ਉਹ ਕਿਤੇ ਤਪ ਜਾਏ, ਗੁੱਸੇ ਵਿੱਚ ਵੀ ਆਵੇ ਤਾਂ ਵੀ ਕਿਸੇ ਦੇ ਭਲੇ ਵਾਸਤੇ, ਤੇ ਜੇ ਸਾਧ ਸੰਗਤ ਬਹੁਤ ਨਿਮਰਤਾ ਵਿੱਚ ਆਵੇ ਤਾਂ ਵੀ ਕਿਸੇ ਦੇ ਭਲੇ ਵਾਸਤੇ। ਸਾਡਾ ਗੁੱਸਾ ਵੀ ਕਿਸੇ ਦੇ ਨੁਕਸਾਨ ਲਈ ਹੁੰਦਾ ਹੈ, ਸਾਡੀ ਨਿਮਰਤਾ ਵੀ ਆਪਣੇ ਸੁਆਰਥ ਲਈ ਹੁੰਦੀ ਹੈ, ਦੂਸਰੇ ਵਾਸਤੇ ਨਹੀਂ। ਜੇ ਬੰਦਾ ਨਿਭਦਾ ਹੈ, ਸਭ ਕੋ ਨਿਭੈ ਆਪ ਕੋ। ਸੰਸਾਰ ਦੇ ਲੋਕ ਬੜੀ ਨਿਮਰਤਾ ਵਿਖਾਉਂਦੇ ਨੇ ਆਪਣੇ ਵਾਸਤੇ, ਕ੍ਰੋਧ ਵਿਖਾਉਣਗੇ ਦੂਜੇ ਦਾ ਨੁਕਸਾਨ ਕਰਨ ਲਈ। ਗੁਰਸਿੱਖੀ ਦਾ ਮਾਰਗ ਹੈ ਤਪਦਾ ਪਰਉਪਕਾਰ ਨੂੰ। ਕਈ ਸਾਧੂ ਤੁਹਾਨੂੰ ਐਂ ਲੱਗਣਗੇ, ਮੈਂ ਵੀ ਸੰਗਤ ਕੀਤੀ ਹੈ, ਉਹ ਐਂ ਲੱਗਦਾ ਵੀ ਇਹ ਤਾਂ ਬਹੁਤ ਗੁੱਸੇ 'ਚ ਰਹਿੰਦੇ ਨੇ, ਪਰ ਸਾਧ ਸੰਗਤ ਅੰਦਰ ਕੁਝ ਹੋਰ ਹੈ। ਤਪਦਾ ਪਰਉਪਕਾਰ ਨੂੰ, ਠੰਡੇ ਪਰਉਪਕਾਰ ਬਿਹਾਣੀ। ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਨਿਸ਼ਾਨੀ ਹੈ ਗੁਰਸਿੱਖੀ। ਉਹ ਅਤਿਅੰਤ ਨਿਮਰਤਾ ਵਿੱਚ ਚਲਿਆ ਜਾਂਦਾ, ਉਹਦੇ ਬਾਰੇ ਦੁਨੀਆ ਸਮਝ ਹੀ ਨਹੀਂ ਪਾਉਂਦੀ। ਹੋ ਸਕਦਾ ਸੰਸਾਰ ਦੇ ਲੋਕਾਂ ਨੂੰ ਭੁਲੇਖਾ ਲੱਗ ਜਾਏ, ਲੋਕ ਉਹਨੂੰ ਪਾਗਲ ਵੀ ਕਹਿ ਸਕਦੇ ਨੇ। ਕੁਝ ਡਿਗਰੀਆਂ ਗੁਰਮਤਿ ਵਿੱਚ ਐਸੀਆਂ ਨੇ ਜਿੱਥੇ ਪਹੁੰਚਣ ਤੋਂ ਬਾਅਦ ਸੰਸਾਰ ਦੇ ਲੋਕਾਂ ਨੂੰ ਭੁਲੇਖਾ ਪੈਂਦਾ, ਲੋਕ ਪਾਗਲ ਕਹਿਣ ਲੱਗ ਪੈਂਦੇ। ਸੰਸਾਰ ਆਪਣੇ ਲਈ ਜੋੜਦਾ, ਉਹ ਜੋੜਨ ਤੋਂ ਕਿਤੇ ਹੋਰ ਪਾਸੇ ਚਲਿਆ ਜਾਂਦਾ। ਉਹਨੂੰ ਸੰਸਾਰ ਦੇ ਲੋਕ ਭੂਤਨਾ, ਵਿਤੱਲਾ, ਪਾਗਲ ਕਹਿ ਸਕਦੇ ਨੇ, ਕਿਸੇ ਨੂੰ ਭੁਲੇਖਾ ਪੈ ਸਕਦਾ ਹੈ। ਇੱਥੋਂ ਤੱਕ ਬਾਬਾ ਕਬੀਰ ਸਾਹਿਬ ਨੇ ਕਿਹਾ, ਜਦੋਂ ਮੈਂ ਇਹ ਘਾਟੀ ਚੜ੍ਹਨੀ ਸ਼ੁਰੂ ਕੀਤੀ, ਉਦੋਂ ਮੇਰੇ ਆਪਣੇ ਵੀ ਮੈਨੂੰ ਪਾਗਲ ਕਹਿਣ ਲੱਗ ਪਏ। ਉਦੋਂ ਮੇਰੇ ਆਪਣੇ ਵੀ ਕਹਿਣ ਲੱਗ ਪਏ, ਲੋਗ ਕਹੈ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਇਹ ਮਾਰਗ ਸਾਧ ਸੰਗਤ ਬੜਾ ਨਵੇਕਲਾ ਮਾਰਗ ਹੈ। ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਪੀੜੀ। ਜਿਵੇਂ ਜਿਵੇਂ ਡਿਗਰੀ ਵੱਧਦੀ ਹੈ, ਤਿਵੇਂ ਤਿਵੇਂ ਕਿਤਾਬਾਂ ਘਟਦੀਆਂ ਜਾਂਦੀਆਂ ਨੇ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਜਨ ਨਾਨਕ ਕੇ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਤੁਸੀਂ ਸਾਰੇ ਲੋਕ ਤਕਰੀਬਨ ਜਹਾਜ਼ਾਂ ਵਿੱਚ ਸਫ਼ਰ ਕਰਦੇ ਹੋ। ਜਦੋਂ ਕੋਈ ਜਹਾਜ਼ ਵਿੱਚ ਬਹਿੰਦਾ ਤੇ ਜਦੋਂ ਜਹਾਜ਼ ਧਰਤੀ ਤੋਂ ਟੇਕ ਆਫ ਕਰਦਾ ਨਾ, ਉੱਡਦਾ ਆਕਾਸ਼ ਵੱਲ, ਉਦੋਂ ਪਾਇਲਟ ਬੋਲ ਦਿੰਦਾ ਵੀ ਸਭ ਆਪੋ ਆਪਣੀਆਂ ਸੀਟਾਂ 'ਤੇ ਬੈਠ ਜਾਓ, ਸੀਟ ਬੈਲਟ ਲਾ ਲਓ। ਇੱਥੋਂ ਤੱਕ ਜਿਹੜਾ ਵਿੱਚ ਕਰੂਜ਼ ਸਟਾਫ ਕੰਮ ਕਰ ਰਿਹਾ, ਏਅਰ ਹੋਸਟਰ ਨੇ, ਉਹ ਵੀ ਬਹਿ ਜਾਂਦੇ ਨੇ ਆਪਣੀ ਸੀਟ 'ਤੇ। ਕਿਸੇ ਨੂੰ ਉੱਠਣ ਦਾ ਅਧਿਕਾਰ ਨਹੀਂ। ਕੋਈ ਬੰਦਾ ਉੱਠ ਨਹੀਂ ਸਕਦਾ, ਵਾਸ਼ਰੂਮ ਯੂਜ਼ ਨਹੀਂ ਕਰ ਸਕਦਾ। ਔਰ ਥੋੜ੍ਹੇ ਮਿੰਟਾਂ ਬਾਅਦ ਕੀ ਹੁੰਦਾ, ਜਦੋਂ ਜਹਾਜ਼ ਧਰਤੀ ਤੋਂ ਸੈਂਕੜੇ ਫੀਟ ਆਕਾਸ਼ ਵਿੱਚ ਉੱਚਾ ਚਲਿਆ ਜਾਂਦਾ, ਉਹੀ ਉਹ ਪਾਇਲਟ ਬਟਨ ਦੱਬ ਕੇ ਕਹਿੰਦਾ ਹੁਣ ਤੁਸੀਂ ਉੱਠ ਬੈਠ ਸਕਦੇ ਹੋ। ਫਿਰ ਉਹ ਕਰੂਜ਼ ਵੀ ਘੁੰਮਣ ਲੱਗ ਪੈਂਦੇ ਨੇ, ਏਅਰ ਹੋਸਟਰ ਤੁਹਾਨੂੰ ਖਾਣਾ ਵੀ ਦੇਣਗੇ, ਤੁਸੀਂ ਉੱਠ ਬੈਠ ਸਕਦੇ ਹੋ। ਕਿਉਂ? ਹੁਣ ਜਹਾਜ਼ ਧਰਤੀ ਦੀ ਗੁਰੁਤਾਕਰਸ਼ਣ ਤੋਂ ਉੱਪਰ ਚਲਾ ਗਿਆ। ਜੋ ਧਰਤੀ 'ਤੇ ਹੋ ਰਿਹਾ ਉਹ ਜਹਾਜ਼ ਉੱਤੇ ਅਸਰ ਨਹੀਂ ਹੋਏਗਾ, ਉਹ ਗੁਰੁਤਾਕਰਸ਼ਣ ਤੋਂ ਉੱਪਰ ਉੱਠ ਗਿਆ। ਹੁਣ ਜੋ ਧਰਤੀ 'ਤੇ ਵਰਤ ਰਿਹਾ ਉਹ ਜਹਾਜ਼ ਉੱਤੇ ਅਸਰ ਹੋਣ ਵਾਲਾ ਨਹੀਂ, ਪਰ ਜਹਾਜ਼ ਮੰਜ਼ਿਲ 'ਤੇ ਤਾਂ ਪਹੁੰਚਦਾ ਕਿਉਂਕਿ ਉਹਦਾ ਸੰਪਰਕ ਧਰਤੀ ਨਾਲ ਰਹਿੰਦਾ, ਉੱਡਦਾ ਆਕਾਸ਼ ਵਿੱਚ ਹੈ। ਕਈ ਵਾਰ ਤਾਂ ਮੀਂਹ ਧਰਤੀ 'ਤੇ ਪਏਗਾ, ਜਹਾਜ਼ ਉੱਤੇ ਨਹੀਂ ਪਏਗਾ, ਕਿਉਂਕਿ ਉਹ ਕਿਸੇ ਹੋਰ ਮੰਡਲ ਵਿੱਚ ਉੱਡਣ ਲੱਗ ਪਿਆ। ਧਰਤੀ ਉੱਤੇ ਧੁੱਪ, ਮੀਂਹ, ਬਾਰਿਸ਼, ਹਵਾ ਹੋ ਸਕਦੀ ਹੈ। ਜਹਾਜ਼ ਜਿਹੜਾ ਉਹ ਜੋ ਧਰਤੀ 'ਤੇ ਵਰਤ ਰਿਹਾ ਉਹਦਾ ਜਹਾਜ਼ ਉੱਤੇ ਅਸਰ ਨਹੀਂ ਹੋ ਰਿਹਾ, ਕਿਉਂਕਿ ਉਹ ਧਰਤੀ ਦੇ ਗੁਰੁਤਾਕਰਸ਼ਣ ਮੰਡਲ 'ਚੋਂ ਕਿਸੇ ਹੋਰ ਮੰਡਲ ਵਿੱਚ ਚੱਲ ਰਿਹਾ, ਪਰ ਮੰਜ਼ਿਲ 'ਤੇ ਤਾਂ ਸਿੱਧਾ ਜਾਂਦਾ ਕਿਉਂਕਿ ਉਹਦਾ ਸੰਪਰਕ ਧਰਤੀ ਨਾਲ ਰਹਿੰਦਾ। ਇਨ ਬਿਨ ਇਸੇ ਤਰ੍ਹਾਂ ਜਪਣ ਵਾਲਿਆਂ ਦੀ ਅਵਸਥਾ ਬਣ ਜਾਂਦੀ ਹੈ। ਸਰੀਰ ਦਾ ਸੰਪਰਕ ਸੰਸਾਰ ਨਾਲ ਰਹਿੰਦਾ, ਸੁਰਤੀ ਦਾ ਸੰਪਰਕ ਮੰਜ਼ਿਲ ਨਾਲ ਹੋ ਜਾਂਦਾ। ਜੋ ਸੰਸਾਰ ਵਿੱਚ ਵਰਤ ਰਿਹਾ ਉਹਨਾਂ ਉੱਤੇ ਅਸਰ ਨਹੀਂ ਹੋਏਗਾ, ਉਹਨਾਂ ਦਾ ਸਰੀਰ ਇੱਥੇ ਰਹਿੰਦਾ। ਉਸਤਤ ਨਿੰਦਾ ਲਾਭ ਹਾਣ ਦਾ ਬਿਲਕੁਲ ਅਸਰ ਹੋਣਾ ਬੰਦ ਹੋ ਜਾਂਦਾ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਜਨ ਨਾਨਕ ਕੇ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਸ ਚੀਜ਼ ਨੂੰ ਫਿਰ ਸਮਝਦਾ ਹੈ। ਔਰ ਜਦੋਂ ਗੁਰੂ ਦੀ ਨਜ਼ਰ ਦਾ ਪਾਤਰ ਕੋਈ ਬਣ ਜਾਏ ਉਦੋਂ ਸਾਧ ਸੰਗਤ ਤੋਂ ਰੱਜ ਜਾਂਦਾ ਹੈ।
ਬਾਹਰੀ ਤੌਰ 'ਤੇ ਕੋਈ ਨਾ ਪਦਾਰਥ ਨਾਲ ਰੱਜਿਆ ਨਾ ਕੋਈ ਰੱਜ ਸਕਦਾ ਹੈ। ਜੇ ਕੋਈ ਬਾਹਰੋਂ ਰੱਜਣ ਨਾਲ ਮਾਇਆ ਦੀ ਗੱਲ ਹੋਵੇ ਫਿਰ ਤਾਂ ਅਰਬਾਂ ਖਰਬਾਂਪਤੀ ਲੋਕ ਰੱਜ ਜਾਣੇ ਚਾਹੀਦੇ ਨੇ। ਪਰ ਹਜ਼ੂਰ ਨੇ ਕਿਹਾ ਸਹਿਸ ਖਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਭਾਵੈ। ਜਦੋਂ ਗੱਲ ਰੱਜਣ ਦੀ ਕਹੀ ਉਦੋਂ ਹਜ਼ੂਰ ਨੇ ਕਿਹਾ ਕੌਣ ਰੱਜਦਾ? ਜੇ ਗੁਣ ਕਹਿ ਗੁਣੀ ਸਮਾਏ। ਪਰ ਉਪਕਾਰ ਕਰਨ ਵਾਲੇ ਵਿੱਚ ਉਹਦੀ ਸੁਰਤ ਸਮਾਨ ਲੱਗ ਜਾਏ, ਉਹਨੂੰ 24 ਘੰਟੇ ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਸੁਰਤ ਵਿੱਚ ਯਾਦ ਰਹਿਣ ਲੱਗ ਜਾਏ, ਇਹ ਵੀ ਉਹਦੇ ਹੁਕਮ ਵਿੱਚ ਹੈ, ਆ ਵੀ ਉਹਦੇ ਹੁਕਮ ਵਿੱਚ ਹੈ, ਆ ਵੀ ਉਹਦੇ ਹੁਕਮ ਵਿੱਚ ਹੈ, ਉਹ ਤਪਣਾ ਬੰਦ ਕਰ ਦਿੰਦਾ। ਅਸੀਂ ਜੂੰ ਹੁਣ ਅੱਜ ਅੰਮ੍ਰਿਤਸਰ ਤੋਂ ਚੱਲੇ, ਪਹਿਲਾਂ ਕਿੱਡਾ ਵੱਡਾ ਜਾਮ, ਫਗਵਾੜੇ ਰਿਹਾ, ਫਿਰ ਫਲੋਰ ਰਿਹਾ, ਫਿਰ ਲੁਧਿਆਣਿਓਂ ਨਿਕਲੇ, ਤਾਂ ਉਹਨੇ ਸੰਸਾਰੀ ਹੈ ਨਾ ਸਰੀਰ, ਇਹ ਸੰਸਾਰ ਦੇ ਬੰਧਨ ਵਿੱਚ, ਰੁਕਾਵਟਾਂ ਵਿੱਚ, ਟ੍ਰੈਫਿਕ ਵਿੱਚ ਤਪ ਸਕਦਾ ਹੈ। ਮੈਂ ਆਪਣੇ 'ਤੇ ਅਭਿਆਸ ਕੀਤਾ, ਮੈਨੂੰ ਕਈ ਵਾਰ ਇਸ ਰਸਤੇ ਵਿੱਚ ਆਉਂਦਿਆਂ ਹੋ ਸਕਦਾ ਗੁੱਸਾ ਵੀ ਆਇਆ, ਗਲਤ ਹੋ ਰਿਹਾ, ਐਡਾ ਜਾਮ ਨਹੀਂ ਸੀ ਲਾਉਣਾ ਚਾਹੀਦਾ, ਲੋਕਾਂ ਨੂੰ ਇਸ ਤਰ੍ਹਾਂ ਧਰਨੇ ਨਹੀਂ ਦੇਣੇ ਚਾਹੀਦੇ, ਪਬਲਿਕ ਵਾਸਤੇ ਇਹ ਗਲਤ ਹੈ ਕੰਮ। ਪਰ ਸਾਧ ਸੰਗਤ ਜਿਹੜੀ ਸਾਧੂ ਦੀ ਬਿਰਤੀ ਹੈ ਨਾ, ਉਹ ਕੁਝ ਅਲੱਗ ਹੈ। ਗੁਰਸਿੱਖ ਦੀ ਬਿਰਤੀ ਜਿਹੜੀ ਉਸ ਕਲਾਸ ਵਿੱਚ ਹੈ, ਅਸੀਂ ਉਸ ਕਲਾਸ ਦੇ ਅਜੇ ਵਿਦਿਆਰਥੀ ਨਹੀਂ। ਜਿੱਦਣ ਤੁਸੀਂ ਕੋਈ, ਤੁਹਾਡੇ 'ਚ ਸ਼ਾਇਦ ਕੋਈ ਐਸੀ ਰੂਹ ਹੋਵੇ, ਜਦੋਂ ਉਸ ਕਲਾਸ ਦਾ ਉਹ ਵਿਦਿਆਰਥੀ ਸਟੂਡੈਂਟ ਬਣ ਜਾਂਦਾ ਹੈ, ਉਹਨੂੰ ਸੰਸਾਰ 'ਤੇ ਵਰਤਣ ਵਾਲੀਆਂ ਘਟਨਾਵਾਂ 'ਤੇ ਕ੍ਰੋਧ ਆਉਣਾ ਬੰਦ ਆ ਜਾਂਦਾ ਹੈ। ਕਿਉਂ? ਉਹ ਉਸ ਸਰੀਰ ਤੋਂ ਅੱਗੇ ਵੇਖਣ, ਸੱਤ ਨੂੰ ਵੇਖਣ ਲੱਗ ਪੈਂਦਾ। ਉਹ ਸੰਸਾਰ ਦੇ ਸਰੀਰਾਂ ਤੋਂ ਸੱਤ ਨੂੰ ਵੇਖਣਾ ਸ਼ੁਰੂ ਕਰ ਦਿੰਦਾ ਹੈ। ਹਰ ਕਰਮ ਵਿੱਚੋਂ ਕਹਿੰਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਇਹ ਬਹੁਤ ਵੱਡੀ ਡਿਗਰੀ ਹੈ। ਔਰ ਫਿਰ ਸਾਧ ਸੰਗਤ ਉਹਦੇ ਜੀਵਨ ਦੇ ਅੰਦਰ ਸਚਿਆਰਤਾ ਆ ਜਾਂਦੀ ਹੈ। ਇੱਕ ਕਥਾ ਮੈਂ ਕਈ ਵਾਰ ਦਰਬਾਰ ਸਾਹਿਬ ਤੋਂ ਕਹੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਦਾ ਇੱਕ ਮਸੰਦ ਸਿੱਖ ਹੈ, ਦਸਵੰਧ ਇਕੱਠਾ ਕਰਦਾ ਸੀ। ਉਹਨੇ ਦਸਵੰਧ ਇਕੱਠਾ ਕਰਕੇ ਗੁਰੂ ਕੋਲ ਪਹੁੰਚਾਉਣਾ ਉਹਦੀ ਸੇਵਾ ਸੀ। ਅੱਜ ਜਦੋਂ ਦਸਵੰਧ ਲੈ ਕੇ ਲਾਹੌਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਰਿਆ, ਰਸਤੇ ਵਿੱਚ ਲੁੱਟਣ ਵਾਲਿਆਂ ਨੇ, ਇੱਕ ਡਕੈਤ ਬੰਦਾ, ਉਹਨੇ ਹੱਥ ਵਿੱਚ ਦਾਤਰ ਪਕੜਿਆ ਹੋਇਆ, ਰੋਕ ਲਿਆ। ਰੋਕ ਕੇ ਉਹਨੂੰ ਤਿੱਖਾ ਦਾਤਰ ਵਿਖਾ ਕੇ ਕਹਿੰਦਾ ਜੋ ਕੁਝ ਹੈ ਕੱਢ ਕੇ ਇੱਥੇ ਰੱਖ ਦੇ। ਉਹਦੀ ਜੇਬ ਵਿੱਚ 2-4 ਦਮੜੇ ਸਨ, ਉਹਨੇ ਰੱਖ ਦਿੱਤੇ। ਹੁਣ ਜਿਹੜੀ ਹੱਥ ਵਿੱਚ ਉਹ ਪੈਸਿਆਂ ਦੀ ਥੈਲੀ ਪਕੜੀ ਹੈ ਦਸਵੰਧ ਵਾਲੀ, ਉਹ ਨਹੀਂ ਰੱਖ ਰਿਹਾ। ਤਾਂ ਉਹ ਜਿਹੜਾ ਡਕੈਤ ਬੰਦਾ ਹੈ, ਉਹ ਲੱਖੂ ਧਾੜਵੀਆ ਬੋਲਿਆ, ਆ ਹੱਥ ਵਿੱਚ ਕੀ ਹੈ? ਉਹਨੇ ਕਿਹਾ ਗੁਰੂ ਦਾ ਦਸਵੰਧ ਹੈ। ਇਹ ਸਿੱਖਾਂ ਦੀ 10 ਨੋਹਾਂ ਦੀ ਕਿਰਤ ਹੈ। ਮੈਂ ਗੁਰੂ ਦਾ ਮਸੰਦ ਹਾਂ। ਜੋ ਸੰਗਤ ਨੇ ਮਾਇਆ ਦਿੱਤੀ ਹੈ, ਇਹ ਗੁਰੂ ਦੇ ਦਰ 'ਤੇ ਪਹੁੰਚਾਉਣ ਚੱਲਣਾ। ਉਹਨੇ ਕਿਹਾ ਇਹਦਾ ਮਤਲਬ ਇਹਦੇ ਵਿੱਚ ਪੈਸੇ ਨੇ? ਕਹਿਣ ਲੱਗੇ ਹਾਂ ਇਹਦੇ ਵਿੱਚ ਪੈਸੇ ਨੇ। ਉਹਨੇ ਕਿਹਾ ਇੱਥੇ ਸਭ ਕੁਝ ਰੱਖ ਦੇ। ਉਹਨੇ ਕਿਹਾ ਨਹੀਂ, ਇਹ ਨਹੀਂ ਮੈਂ ਰੱਖ ਸਕਦਾ। ਜੋ ਮੇਰਾ ਸੀ ਨਾ, ਮੈਂ 2-4 ਦਮੜੇ ਜੋ ਸੀ ਜੇਬ ਵਿੱਚ ਰੱਖ ਦਿੱਤੇ ਨੇ। ਆਹ ਪੈਸੇ ਮੇਰੇ ਨਹੀਂ ਹੈ, ਇਹ ਗੁਰੂ ਦਾ ਦਸਵੰਧ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਤਾਂ ਲੱਖੂ ਧਾੜਵੀਆ ਕਹਿੰਦਾ ਤੈਨੂੰ ਡਰ ਨਹੀਂ ਲੱਗਦਾ? ਮੈਂ ਤੇਰਾ ਗਲਾ ਵੱਢ ਦਾਂਗਾ। ਮੈਂ ਸੈਂਕੜੇ ਬੰਦੇ ਵੱਢ ਦਿੱਤੇ ਨੇ ਅੱਜ ਤੱਕ, ਜਿਹੜਾ ਮੈਨੂੰ ਮੇਰੇ ਕਹੇ ਅਨੁਸਾਰ ਧਨ ਦੌਲਤ ਕੱਢ ਕੇ ਨਾ ਰੱਖੇ ਮੈਂ ਮਾਰ ਦਿੰਦਾ। ਲੋਕ ਮੇਰੇ ਨਾਮ ਤੋਂ ਡਰਦੇ ਨੇ। ਉਹ ਮਸੰਦ ਸਿੱਖ ਨੇ ਕਿਹਾ ਡਰਦੇ ਹੋਣਗੇ ਭਾਈ, ਜਿਹੜੇ ਮਰਨ ਤੋਂ ਡਰਦੇ ਹੋ ਤੇਤੋਂ ਵੀ ਡਰਦੇ ਹੋਣਗੇ। ਨਾ ਮੈਂ ਮਰਨ ਤੋਂ ਡਰਦਾ, ਨਾ ਮੈਂ ਤੇਤੋਂ ਡਰਦਾ। ਹਾਂ ਤੈਨੂੰ ਪੈਸਿਆਂ ਦੀ ਲੋੜ ਹੋਣੀ ਹੈ, ਮੈਂ ਆਪਣੇ ਪੈਸੇ ਰੱਖ ਦਿੱਤੇ ਨੇ, ਇਹ ਗੁਰੂ ਦਾ ਦਸਵੰਧ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਮੇਰਾ ਸਿਰ ਵੱਢਣਾ, ਗਲ ਵੱਢਣਾ, ਵੱਢਣ ਤੋਂ ਬਾਅਦ ਲੈ ਜਾਈਂ, ਉਹ ਵੱਖਰੀ ਗੱਲ। ਉਹ ਡਾਕੂ ਧਾੜਵੀਆ ਬੜਾ ਹੈਰਾਨ ਹੋਇਆ ਵੀ ਇਸ ਤਰ੍ਹਾਂ ਦਾ ਬੰਦਾ ਪਹਿਲੀ ਵਾਰ ਵੇਖਿਆ। ਬੋਲ ਵੀ ਸੱਚ ਰਿਹਾ ਕਿ ਮੇਰੇ ਕੋਲ ਪੈਸੇ ਨੇ, ਦੇ ਵੀ ਨਹੀਂ ਰਿਹਾ ਕਿ ਗੁਰੂ ਦਾ ਦਸਵੰਧ ਹੈ। ਹਾਂ ਆਪਣੇ ਉਹਨੇ ਦੇ ਦਿੱਤੇ ਨੇ, ਸੰਗਤ ਦਾ ਦਸਵੰਧ ਨਹੀਂ ਦੇ ਰਿਹਾ, ਔਰ ਫਿਰ ਮਰਨ ਤੋਂ ਵੀ ਨਹੀਂ ਡਰ ਰਿਹਾ। ਧਾੜਵੀਆ ਬੜੇ ਗੁੱਸੇ 'ਚ ਬੋਲਿਆ, ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ, ਲੋਕ ਮੈਨੂੰ ਲੱਖੂ ਧਾੜਵੀਆ ਕਹਿੰਦੇ ਨੇ। ਜੇ ਤੇ ਤੂੰ ਸੱਚ ਬੋਲ ਰਿਹਾ ਫਿਰ ਤੇ ਤੈਨੂੰ ਛੱਡ ਦਾਂਗਾ, ਜੇ ਤੂੰ ਝੂਠ ਬੋਲ ਰਿਹਾ ਮੈਂ ਤੈਨੂੰ ਤੇਰੇ ਗੁਰੂ ਦੇ ਕੋਲ ਲਿਜਾ ਕੇ ਵੀ ਵੜ ਦਾਂਗਾ। ਦੱਸ ਤੇਰਾ ਗੁਰੂ ਕਿੱਥੇ ਰਹਿੰਦਾ ਹੈ? ਉਹਨੇ ਕਿਹਾ ਸ਼੍ਰੀ ਅੰਮ੍ਰਿਤਸਰ ਸਾਹਿਬ। ਧਾੜਵੀਆ ਨਾਲ ਚੱਲ ਪਿਆ। ਉਹਨੇ ਕਿਹਾ ਇਨਸਾਨ ਇਦਾਂ ਦਾ ਪਹਿਲੀ ਵਾਰ ਮਿਲਿਆ, ਵੇਖਣਾ ਚਾਹੀਦਾ।
ਹੁਣ ਉਹ ਡਕੈਤ ਵੀ ਨਾਲ ਤੁਰ ਪਿਆ, ਉਹ ਲੱਖੂ ਧਾੜਵੀਆ ਡਾਕੂ ਨਾਲ ਤੁਰ ਪਿਆ। ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਜਿੱਥੇ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ। ਸਰੋਵਰ ਦੇ ਕੰਢੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੇਵਾ ਕਰਵਾ ਰਹੇ ਨੇ। ਆ ਕੇ ਉਹ ਸਿੱਖ ਨੇ ਦਸਵੰਧ ਦੀ ਮਾਇਆ ਰੱਖ ਕੇ ਮੱਥਾ ਟੇਕਿਆ ਤੇ ਸਤਿਗੁਰਾਂ ਨਾਲ ਆਏ ਬੰਦੇ ਵੱਲ ਵੇਖ ਕੇ ਕਿਹਾ, ਭਾਈ ਫੇਰੂ ਇਹ ਕੌਣ ਹੈ ਬਈ, ਇਹ ਕੌਣ ਹੈ ਜਿਹਨੂੰ ਨਾਲ ਲਿਆਂਦਾ? ਤੇ ਉਹ ਸਿੱਖ ਨੇ ਕਿਹਾ, ਮਹਾਰਾਜ ਮੈਨੂੰ ਨਹੀਂ ਪਤਾ ਕੌਣ ਹੈ, ਮੇਰਾ ਕੰਮ ਸਿਰਫ ਤੁਹਾਡੇ ਤੱਕ ਲਿਆਉਣਾ ਸੀ, ਅੱਗੇ ਤੁਸੀਂ ਜਾਣੋ ਇਹ ਕੌਣ ਹੈ, ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ, ਮੇਰਾ ਕੰਮ ਤੁਹਾਡੇ ਤੱਕ ਲਿਆਉਣਾ ਸੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਣ ਉਸ ਡਾਕੂ ਵੱਲ ਵੇਖਿਆ, ਉਹਨੂੰ ਲੱਖੂ ਧਾੜਵੀਆ ਕਹਿੰਦੇ ਨੇ। ਪਾਤਸ਼ਾਹ ਨੇ ਉਹਨੂੰ ਬੜੇ ਪਿਆਰ ਨਾਲ ਪੁੱਛਿਆ, ਭਾਈ ਕੀ ਕੰਮ ਕਰਦਾ? ਉਹਨੇ ਕਿਹਾ, ਜੀ ਕੰਮ ਕੀ ਕਰਨਾ, ਲੋਕਾਂ ਨੂੰ ਲੁੱਟੀਦਾ, ਜੇ ਕੋਈ ਪੈਸਾ ਨਾ ਦੇਵੇ ਮੈਂ ਬੰਦਾ ਵੱਢ ਦਿੰਦਾ, ਮੇਰਾ ਨਾਮ ਹੈ ਲੱਖੂ ਧਾੜਵੀਆ, ਲੋਕ ਮੇਰੇ ਨਾਮ ਤੋਂ ਲਾਹੌਰ ਤੱਕ ਡਰਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਅੱਛਾ ਭਾਈ ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ 'ਚ? ਕਈ ਕੰਮ ਕੀਤੇ ਨੇ, ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ ਵਿੱਚ ਕਿ ਇਹੀਓ ਕੰਮ ਕੀਤੇ ਨੇ? ਉਹ ਲੱਖੂ ਧਾੜਵੀਆਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਹੁਣ ਸਿੱਧਾ ਵਾਰਤਾਲਾਪ ਕਰ ਰਿਹਾ ਹੈ ਔਰ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਚੰਗਾ ਨਹੀਂ ਕੋਈ ਕੰਮ ਕੀਤਾ, ਜਦੋਂ ਤੋਂ ਸੁਰਤ ਸੰਭਾਲੀ ਹੈ ਇਹੀਓ ਕੰਮ ਮੇਰੇ ਬਾਪ ਨੇ ਮੈਨੂੰ ਸਿਖਾ ਦਿੱਤਾ ਹੈ, ਮੈਂ ਉਹੀ ਕੰਮ ਕਰ ਰਿਹਾ, ਲੋਕਾਂ ਨੂੰ ਲੁੱਟਿਆ ਕੁੱਟਿਆ ਮਾਰਿਆ, ਮਹਾਰਾਜ ਜੋ ਕੁਝ ਹੱਥ ਆਇਆ ਮੈਂ ਲੁੱਟ ਲੈਂਦਾ, ਇਹੀਓ ਕੰਮ ਹੈ, ਚੰਗਾ ਕੰਮ ਕਦੇ ਕੀਤਾ ਨਹੀਂ ਕੋਈ। ਗੁਰੂ ਅਰਜਨ ਦੇਵ ਮਹਾਰਾਜ ਉਹਦੇ ਚਿਹਰੇ ਵੱਲ ਵੇਖ ਕੇ ਮੁਸਕਰਾ ਰਹੇ ਨੇ। ਕਮ ਸੇ ਕਮ ਬੰਦਾ 100% ਸੱਚ ਤੇ ਬੋਲ ਰਿਹਾ ਨਾ। ਮਾਫ ਕਰਿਓ, ਅਸੀਂ ਚੰਗਾ ਨਾ ਵੀ ਕੀਤਾ ਹੋਵੇ ਤਾਂ ਵੀ ਚੰਗਾ ਕਰਨ ਦਾ ਕੁਝ ਨਾ ਕੁਝ ਤਾਂ ਸੰਸਾਰ ਵਿੱਚ ਰੱਖੀਦਾ ਨਾ, ਵੀ ਮੈਂ ਆਹ ਕੀਤਾ। ਉਸ ਬੰਦੇ ਨੇ ਬਿਲਕੁਲ ਸੱਚ ਬੋਲਿਆ, ਬੇਪਰਵਾਹ ਹੋ ਕੇ ਕਿਹਾ, ਚੰਗਾ ਨਹੀਂ ਕੋਈ ਕੀਤਾ ਕੰਮ ਮੈਂ ਅੱਜ ਤੱਕ। ਪਾਤਸ਼ਾਹ ਨੇ ਕਿਹਾ, ਮਾੜੇ ਕਿੰਨੇ ਕੁ ਕੀਤੇ ਨੇ? ਤੇ ਉਹ ਥੋੜਾ ਸੋਚ ਕੇ ਬੋਲਿਆ, ਕਹਿੰਦਾ ਮਹਾਰਾਜ ਮਾੜੇ ਕਿੰਨੇ ਕੀਤੇ ਨੇ ਗਿਣਤੀ ਨਹੀਂ ਹੈ, ਕੋਈ ਗਿਣਤੀ ਨਹੀਂ ਹੈ ਕੋਈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਚਿਹਰੇ ਵੱਲ ਵੇਖ ਕੇ ਹੋਰ ਹੱਸ ਪਏ। ਫਿਰ ਪਾਤਸ਼ਾਹ ਨੇ ਖੱਬੇ ਹੱਥ ਨਾਲ ਉਹਦਾ ਸੱਜੀ ਬਾਂਹ ਪਕੜ ਲਈ ਔਰ ਬਾਂਹ ਪਕੜ ਕੇ ਕਹਿੰਦੇ ਨੇ, ਆ ਲੱਖੂ ਧਾੜਵੀਆ ਤੈਨੂੰ ਸਚਿਆਰ ਕਰ ਦਈਏ, ਇਹ ਜਨਮ ਚੋਰੀਆਂ ਕਰਨ ਵਾਸਤੇ ਨਹੀਂ ਮਿਲਿਆ, ਚੋਰ ਦੀ ਹੰਮਾ ਤਾਂ ਦਰਗਾਹ ਵਿੱਚ ਕੋਈ ਨਹੀਂ ਭਰਦਾ, ਇੱਥੇ ਸੰਸਾਰ ਵਿੱਚ ਕੋਈ ਜਾਮਣੀ ਨਹੀਂ ਲੈਂਦਾ, ਦਰਗਾਹ ਵਿੱਚ ਕੌਣ ਦੇਗਾ। ਸੱਚੇ ਪਾਤਸ਼ਾਹ ਨੇ ਬਾਂਹ ਪਕੜਨ ਦੀ ਦੇਰ ਸੀ, ਬਸ ਇੱਕੋ ਹੀ ਦ੍ਰਿਸ਼ਟੀ ਪਾਈ ਉਹਦੇ ਵੱਲ, ਨਜ਼ਰ ਮਿਲਦਿਆਂ ਸਾਰ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸੁੱਖ ਬਖਸ਼ ਦਿੱਤਾ ਜਿਹਦੇ ਬਾਰੇ ਗੁਰੂ ਨੇ ਸ਼ਰਤ ਰੱਖੀ ਹੈ ਕਿ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਕਹਿ ਕੇ ਵੇਖੀ, ਗੁਰੂ ਤੈਨੂੰ ਸਚਿਆਰ ਬਣਾਉਣ ਦੀ ਤਾਕਤ ਰੱਖਦਾ। ਤੂੰ ਦਿਲੋਂ ਸਾਫ਼ ਹੋ ਕੇ ਕਹੀਂ। ਉਹਨੇ ਸੱਚੇ ਦਿਲੋਂ ਸਾਫ਼ ਹੋ ਕੇ ਬਿਲਕੁਲ ਸਾਫ਼ ਗੱਲ ਕਹੀ ਔਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਾਂਹ ਪਕੜ ਲਈ। ਪਾਤਸ਼ਾਹ ਹੱਥ ਪਕੜ ਕੇ ਕਹਿੰਦੇ ਨੇ, ਤੂੰ ਦਿਲ ਦੀ ਗੁੱਝੀ ਗੱਲ ਸਾਫ਼ ਕਹਿ ਦਿੱਤੀ ਹੈ, ਜਾਂ ਹੁਣ ਤੇਰੇ ਅੰਦਰ ਦੇ ਸਾਰੇ ਕਪਟ ਧੋਤੇ ਗਏ। ਪਾਤਸ਼ਾਹ ਨੇ ਉਹਨੂੰ ਐਸਾ ਸੰਤ ਬਣਾਇਆ, ਪੂਰਾ ਗੁਰ ਅਖਿਓ ਜਾਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਬਸ ਗੁਰੂ ਇਸੇ ਗੱਲ ਦੀ ਉਡੀਕ ਕਰਦਾ, ਦਿਲ ਦੀ ਗੁੱਝੀ ਗੱਲ ਗੁਰੂ ਨੂੰ ਸੱਚਮੁੱਚ ਕਹਿਣ ਲੱਗ ਜਾਓ, ਕਿਉਂਕਿ ਇਹੀ ਸਚਿਆਰ ਹੋਣ ਦਾ ਇੱਕ ਤਰੀਕਾ ਹੈ। ਸਾਧ ਸੰਗਤ, ਬੰਦਾ ਅੱਜ ਬਹੁਤ ਕੁਝ ਹੁੰਦੇ ਦੁਖੀ ਪਤਾ ਕਿਉਂ ਹੈ? ਕਿਉਂਕਿ ਬੜਾ ਕੁਝ ਛੁਪਾਈ ਬੈਠਾ ਹੈ, ਬਹੁਤ ਕੁਝ ਛੁਪਾਈ ਬੈਠਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਦਿਲ ਦੀ ਪਹਿਰੇਦਾਰੀ ਕਰਿਆ ਕਰ, ਦਿਲ ਵਿੱਚ ਐਸਾ ਕੁਝ ਨਾ ਆ ਜਾਏ ਜਿਹੜਾ ਤੈਨੂੰ ਗੁਰੂ ਤੋਂ ਦੂਰ ਕਰਦਾ ਹੈ। ਆਪਾਂ ਸੰਸਾਰੀ ਤੌਰ 'ਤੇ ਵੀ ਇਹਦੀ ਗੱਲ ਕਰਦੇ ਰਹਿੰਦੇ ਜੀ, ਬੰਦਾ ਦਿਲ ਦਾ ਬਹੁਤ ਚੰਗਾ ਹੈ, ਦਿਲ ਦਾ ਬਹੁਤ ਮਾੜਾ ਹੈ, ਦਿਲ ਦਾ ਬਹੁਤ ਬੇਈਮਾਨ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਉਦੋਂ ਵੀ ਸਿੱਧਾ ਕਿਹਾ, ਦਿਲੋਂ ਮੁਹੱਬਤ ਜਿਨ ਸਈ ਸੱਚਿਆਂ, ਜਿਨ ਮਨ ਹੋਰ ਮੁਖ ਹੋਰ, ਸੇ ਕੰਡੇ ਕੱਚਿਆਂ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ।
दक्षिण देश हरी का वासा, पश्चिम अल्लै मुकामा, दिल में खोज दिलै दिल खोजो, यही ठौर मुकामा। वो बंदिया दिल की पहरेदारी कर, किते दिल के अंदर कोई खोट ना आ जाए। गुरसिੱਖੀ बारीक क्यों है? लोग दूजिਆਂ की पहरेदारी करते हैं, कौन की कर रहा है? गुरमुख अपनी पहरेदारी करता, मैं की कर रहा, वो किसी वाल नहीं वेखदा। वो अपने गिरीवान में सिर नीवा कर देख, अपने वाल वेखदा, मैं की कर रहा, अपने कर्मां नूं वेखदा। जिदन कोई अपने दिल की दरवानी पहरेदारी करन लग जाए, वो याद रखे मेरे दिल च किते बेईमानी तो नहीं, मैं किसी नाल धोखा तो नहीं कर रहा, मैं किसी नाल कोई गलत बेईमानी धोखा चोरी तो नहीं कर रहा। जदों दिल की दरवानी होण लग जाए, साहब कहते हैं वह लेखा सीधा रब नाल जुड़ जाता है। दिल दरवानी जो करे, दरवेसी दिल रास, इश्क मुहब्बत नानका लेखा करते पास। तू अपने दिल की पहरेदारी कर, किते दिल बेईमान ना हो जाए। जदों कोई दिल दे नेड़े, क्यों दिल की पहरेदारी हुई, हुण रब कित्थे रहिंदा है? दिल में खोज दिलै दिल खोजो, यही ठौर मुकामा। फिर इन्नी नेड़ता हो जाती है गुरमुख की रब नाल, जिन्हों साहब ने कहा वो रब नाल गुफ्तगू करन लग पैंदा। गुफ्तगू समझदे हो? दो बंदियां दी आपस विच गल हो रही है, तीजे नूं सुनाई नहीं दे रहा की कह रहा। दो बंदे जदों एक दूजे दे कंन दे कोल जाके गल करन, तीजे नूं पता ही ना लगे, उन्होंने गुफ्तगू कहते हैं। जिदन कोई दिल की दरवानी करदा है, दिल करके अपने दिल की पहरेदारी करन लग पैंदा है, क्योंकि दिल विच ही वो रहिंदा है। दिल में खोज दिलै दिल खोजो, फिर वो दिल करके इन्ना सचियार हो जाता है। उन्होंने पातशाह ने कहा हुण रब दे नेड़े गुफ्तगू हो गई। किन्नी नेड़ता होई? यकर्ज गुफ्तम पेश को दर गोस कुन करतार, हक्का कबीर करीम तू बेऐब परवदगार। ओदी फिर इन्नी नेड़े हो गई, वो बेऐब परवदगार नाल गुफ्तगू चल पई। कोई गल होवे, वो बहुत नेड़े समझ के रब नूं कहंदा जी ऐदां करना है। हर कर्म हुक्मनामा लेके तुरदा है, और रब नूं नेड़े तो कहण लग पैंदा। कोई गल होवे वो सीधी कह दिंदा है। ओदी इन्नी नेड़ता हो गई, और साथ संगत रब फिर कदे मोड़दा ही नहीं ओदी गल। ओदी इन्नी नेड़ता हो गई, गुफ्तगू तो उहदे नाल करोगे जिहदे नाल तुहाडी बहुत नेड़ता है, ते जिहदे नाल बहुत नेड़ता है वो तुहाडी गल नहीं मोड़ सकेगा। इदां रब दे नेड़े बह जांदे ने। टुक दम करारी जो करो, हाजिर हजूर खुदाए। वो रब दे इन्ने नेड़े हो गए, हाजिर नाजर जान लिया। फिर कोई भी गुफ्तगू वो रब नूं कहण, रब नूं उसे वक्त पास करना पैंदा, उसे वक्त मनना पैंदा। और साथ संगत तुर दरगाह तक फिर गुरु जामनी लैंदा, उहदी जामनी दिंदा है। और तुर दरगाह तक कल्ला लोक विच नहीं, जे गुरु ने लिख के दिता है ना, वैसे लिखती कोई दिंदा नहीं, लोग लिखत तो डरते ने। आ सरकार भी MSP लिखती नहीं ना गारंटी दे रही सानू, लिखत तो हर बंदा डरदा है। गुरु ने लिख के दिता है, ये लोक सुखीए पर लोक सुहेले, नानक हर प्रभ आपे मेले। मैं तेनू लिख के दिना, ये लोक भी सुखी पर लोक भी सुहेला, पर शर्त यह है तैनू गुरु के अनुसार सचियार होके चलना पैना है। तू दिल की दरवानी करके चली, पहरेदारी करी, दिलों सच्चा होके तुरी, रब तेरे नाल है। अज साध संगत आप उस बहुत ही प्यारी रूह की याद में बैठे, जिन्होंने दिल दरवानी भी की है। मैं उन्होंने दर्शन भी किए ने, रायपुर संगत भी की है। और इस गल की इच्छा नहीं कि लोग मेरी वडियाई करन, इस गल की इच्छा नहीं कि लोग बहुत ज़्यादा मेरी उपमा करन। रब दे नेड़े रहन वाले इन्ने उच्चे हो जाते हैं, उन्होंने संसार की वडियाई फिक्की लगन लग पैंदी, उन्होंने संसार की उस्तत विचों कोई मिठास नहीं आती। उन्होंने इस गल की दरवानी रहिंदी है, पहरेदारी रहिंदी है। गुरु उन्होंने 24 घंटे याद रखता है, दुनिया दियां वडियाइयां तो परे रहन लग पैंदे ने। क्यों? जिदन वडियाइयां लैन लग पे उदन गुण खत्म होण लग पैंदे ने। फिर वो गुरमुख याद रखता है कि दुनिया कियां वडियाइयां
ਅੱਗੀ ਸੇਤੀ ਜਾਲ, ਇਨੀ ਜਲਈ ਨਾਮ ਵਿਸਾਰਿਆ, ਇੱਕ ਨਾ ਚੱਲਿਆ ਨਾਲ। ਇਨੀ ਵਡਿਆਈਆਂ ਨੇ ਨਾਮ ਭੁਲਾ ਦੇਣਾ, ਇਸ ਲਈ ਉਹ ਵਡਿਆਈਆਂ ਲੈਂਦੇ ਨਹੀਂ। ਮੈਂ ਸਾਧ ਸੰਗਤ ਵੇਖਿਆ, ਜਦੋਂ ਕਿ ਸਟੇਜ 'ਤੇ ਜਦੋਂ ਕੋਈ ਨਾਮ ਲੈਣਾ ਨਾ, ਉਹਨਾਂ ਬਾਰੇ ਗੱਲ ਚੱਲਣੀ ਤਾਂ ਹੱਥ ਜੋੜ ਕੇ ਉਨਾ ਹੀ ਸਿਰ ਨੀਵਾਂ ਕਰ ਲੈਣਾ, ਉਨਾ ਹੀ ਹੋਰ ਅੰਦਰੋਂ ਚੁੱਕ ਜਾਣਾ। ਕਿਉਂ? ਇਹ ਗੁਰਮੁਖ ਦੀ ਨਿਸ਼ਾਨੀ ਹੈ। ਅਸੀਂ ਜੇ ਕੋਈ ਸਾਡਾ ਨਾਮ ਲਵੇ, ਅਸੀਂ ਉੱਚਾ ਹੋ ਕੇ ਸੁਣੀਦਾ, ਮੇਰਾ ਚੱਲ ਰਿਹਾ। ਦੋ ਚੋਂ ਵਾਰੇ ਵੇਖੀਦਾ ਵੀ ਮੈਨੂੰ ਵੇਖਣ ਮੇਰੇ ਬਾਰੇ ਹੋ ਰਹੇ। ਜਦੋਂ ਉਹਨਾਂ ਦਾ ਕੋਈ ਨਾਮ ਸਟੇਜ 'ਤੇ ਆਉਣਾ, ਜਦੋਂ ਕਿਸੇ ਨੇ ਬੋਲਣਾ, ਉਹਨਾਂ ਹੱਥ ਜੁੜੇ ਹੋਏ ਹੋਰ ਸਿਰ ਝੁਕਾ ਲੈਣਾ, ਅੱਖਾਂ ਹੋਰ ਨੀਵੀਆਂ ਕਰ ਲੈਣੀਆਂ। ਕਿਉਂ? ਰੱਬ ਦੇ ਨੇੜੇ ਰਹਿਣ ਵਾਲੇ ਦੁਨੀਆ ਦੀਆਂ ਵਡਿਆਈਆਂ ਲੈ ਕੇ ਖੁਸ਼ ਨਹੀਂ ਹੁੰਦੇ। ਰੱਬ ਉਹਨੂੰ ਇੰਨੀ ਵਡਿਆਈ ਦੇ ਦਿੰਦਾ, ਸਾਧ ਸੰਗਤ ਫਿਰ ਸਾਰਾ ਕੁਝ ਫਿੱਕਾ ਲੱਗਣ ਲੱਗ ਪਿਆ। ਤਾਈਓ ਬਾਬਾ ਫਰੀਦ ਸਾਹਿਬ ਨੇ ਕਿਹਾ ਨਾ, ਗੁੜ ਵੀ ਮਿੱਠਾ ਹੋ ਸਕਦਾ, ਮਿਸਰੀ ਉਹਦੇ ਨਾਲੋਂ ਵੀ ਮਿੱਠੀ ਹੈ, ਸ਼ਹਿਦ ਉਹਦੇ ਨਾਲੋਂ ਵੀ ਮਿੱਠਾ ਹੈ, ਪਰ ਦੁਨੀਆ ਦੇ ਲੋਕੋ ਨਾਮ ਜਿਹੜਾ ਉਹ ਸਾਰਿਆਂ ਨਾਲੋਂ ਮਿੱਠਾ ਹੈ। ਰੱਬ ਦਾ ਨਾਮ ਸਾਰਿਆਂ ਨਾਲੋਂ ਉੱਤਮ ਹੈ। ਗੁੜ ਮਿੱਠਾ ਹੋ ਸਕਦਾ, ਮਿਸ਼ਰੀ ਉਹਦੇ ਨਾਲੋਂ ਮਿੱਠੀ ਹੈ, ਸ਼ਹਿਦ ਉਹਦੇ ਨਾਲੋਂ ਮਿੱਠਾ ਹੈ। ਸ਼ੱਕਰ ਖੰਡ ਨਿਮਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਰੱਬ ਦੇ ਨਾਮ ਜਪਣ ਵਾਲਿਆਂ ਦੇ ਬਰਾਬਰ ਨਹੀਂ। ਉਹਨਾਂ ਨੂੰ ਪਤਾ ਹੈ ਜਿਹੜੀ ਨਾਮ ਦੀ ਵਡਿਆਈ ਹੈ, ਉਹਦੇ ਬਰਾਬਰ ਆ ਲੋਕਾਂ ਦੀ ਵਡਿਆਈ ਨਹੀਂ ਹੋ ਸਕਦੀ। ਉਹ ਫਿਰ ਇੰਨੇ ਉੱਚੇ ਹੋ ਜਾਂਦੇ। ਮੈਂ ਕਈ ਵਾਰ ਉਦਾਹਰਨ ਦਿੰਦਾ ਹੁੰਦਾ, ਆਹ ਗੱਲ ਕਹਿ ਕੇ ਆਪਾਂ ਸਮਾਪਤੀ ਕਰਨੀ ਹੈ। ਮੈਨੂੰ ਪਤਾ ਤੁਸੀਂ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ। ਸਾਧ ਸੰਗਤ, ਜਿਹੜੇ ਪੈਸੇ ਜੇਬ ਵਿੱਚ ਰੱਖ ਲਓ ਨਾ, ਉਹ ਚੱਲ ਹੀ ਜਾਂਦੇ ਨੇ। ਅੱਜ ਵੀ ਮੁੱਕ ਜਾਣੇ, ਕੱਲ੍ਹ ਪਰਸੋਂ ਤੇਲ ਪਵਾ ਲਿਆ, ਮੋਬਾਈਲ 'ਚ ਪਵਾ ਲਿਆ, ਫਰੂਟ ਲੈ ਆਂਦਾ, ਸਬਜ਼ੀ ਲੈ ਆਂਦੀ, ਚੱਲ ਜਾਣੇ ਨੇ। ਜਿਹੜੇ ਪੈਸੇ ਥੋੜ੍ਹੇ ਜਿਹੇ ਕਮਾਈ 'ਚੋਂ ਅਲੱਗ ਕੱਢ ਕੇ ਕਿਤੇ ਫਿਕਸ ਡਿਪੋਜ਼ਿਟ ਕਰਾ ਦਿਓ ਨਾ, ਉਹਨੂੰ ਕੋਈ FDR ਕਰਾ ਦੇ, ਅਲੱਗ ਰੱਖ ਦੇ, ਤੁਸੀਂ ਵੇਖਦੇ ਹੋ ਸਾਲ ਬਾਅਦ ਉਹਦੇ ਨਾਲ 5-10 ਹਜ਼ਾਰ ਹੋਰ ਜੁੜ ਜਾਂਦਾ, ਹੋਰ ਜੁੜ ਜਾਂਦਾ। ਉਹ ਵਧਣ ਲੱਗ ਪੈਂਦੇ ਨੇ, ਕਿਉਂਕਿ ਉਹ ਅਲੱਗ ਕਰਕੇ ਰੱਖਦੇ, ਕੋਲ ਨਹੀਂ ਰੱਖੇ। ਇੱਦਾਂ ਹੀ ਜਿਹੜਾ ਬੰਦਾ ਵਡਿਆਈ ਕੋਲ ਰੱਖਣ ਲੱਗ ਜਾਏ, ਉਹਦੀਆਂ ਵਡਿਆਈਆਂ ਘਟਣ ਲੱਗ ਪੈਂਦੀਆਂ ਨੇ। ਜਿਹੜਾ ਵਡਿਆਈ ਲੈ ਕੇ ਕੋਲ ਰੱਖ ਲੈ, ਉਹ ਵਡਿਆਈਆਂ ਮੁੱਕਣ ਲੱਗ ਪੈਂਦੀਆਂ ਨੇ। ਅਤੇ ਵਡਿਆਈ ਵੱਧਦੀ ਕਿਹਨਾਂ ਦੀ ਹੈ? ਜਦੋਂ ਸੰਸਾਰ ਉਹਨਾਂ ਦੀ ਸੇਵਾ ਵੇਖ ਕੇ, ਸਿਮਰਨ ਵੇਖ ਕੇ, ਚੰਗੇ ਆਚਰਣ ਗੁਣ ਵੇਖ ਕੇ ਵਡਿਆਈ ਕਰੇ, ਉਹ ਵਡਿਆਈ ਕੋਲ ਨਹੀਂ ਰੱਖਦੇ, ਉਹ ਸਿੱਧੀ ਲਿਆ ਕੇ ਗੁਰੂ ਨੂੰ ਜਮ੍ਹਾਂ ਕਰਾ ਦਿੰਦੇ ਨੇ। ਜਿਨ੍ਹਾਂ ਦੀ ਵਡਿਆਈ ਗੁਰੂ ਕੋਲ ਜਮ੍ਹਾਂ ਹੋ ਗਈ, ਮਾਫ ਕਰਿਓ, ਉਹ ਸਰੀਰ ਕਰਕੇ ਮਰਨ ਤੋਂ ਬਾਅਦ ਵੀ ਰਹਿੰਦੀ ਹੈ, ਸਦੀਆਂ ਤੱਕ ਵਡਿਆਈ ਰਹਿੰਦੀ। ਕਿਉਂ? ਗੁਰੂ ਕੋਲ ਜਮ੍ਹਾਂ ਕਰਾਤੀ। ਹੁਣ ਉਹ ਵਡਿਆਈ ਘਟ ਨਹੀਂ ਸਕਦੀ। ਤਾਈਓ ਸਾਹਿਬ ਨੇ ਕਿਹਾ, ਕੋਲ ਨਾ ਰੱਖਿਆ ਕਰ, ਕਿਤੇ ਗੁਰੂ ਨੂੰ ਜਮ੍ਹਾਂ ਕਰਾ ਦਿਆ ਕਰ। ਇਹ ਵਡਿਆਈ ਗੁਰੂ ਕੋਲ ਜਮ੍ਹਾਂ ਕਰਾ ਦਿੱਤੀ। ਇੰਨੀ ਗੱਲ ਕਹਿ ਕੇ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਏ ਮੇਰਾ। ਪਾਤਸ਼ਾਹ ਕਹਿੰਦੇ, ਜਿਨ੍ਹਾਂ ਵਡਿਆਈ ਜਮ੍ਹਾਂ ਕਰਾਈ, ਭਾਈ ਉਹਨਾਂ ਦੀ ਵਡਿਆਈ ਸਰੀਰ ਛੱਡਣ ਤੋਂ ਬਾਅਦ ਵੀ ਹੋਈ ਹੈ। ਉਹ ਇੰਡੀਵਿਜੂਅਲ ਅਰਦਾਸ ਕਰਦੇ ਆਪਣੇ ਵੱਲੋਂ, ਰੋਜ਼ ਉੱਠਦਿਆਂ ਬਹਿੰਦਿਆਂ ਗੁਰੂ ਦੇ ਦਰਬਾਰ 'ਚ ਜਦੋਂ ਆਉਣ, ਗੁਰੂ ਨੂੰ ਹੱਥ ਜੋੜ ਕੇ ਕਹਿੰਦੇ ਨੇ, ਤੁਧ ਆਗੇ ਅਰਦਾਸ ਹਮਾਰੀ। ਆਖੋ, ਤੁਧ ਆਗੇ ਅਰਦਾਸ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ। ਉਹਨਾਂ ਦੀ ਨਿਤ ਅਰਦਾਸ ਰਹਿੰਦੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ। ਇੱਕ ਮੈਂ ਇਹਨਾਂ ਨੂੰ ਵੇਖਿਆ ਤੇ ਇੱਕ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਤਾਂ ਸਾਧ ਸੰਗਤ ਜਦੋਂ ਉਹਨਾਂ ਦੀ ਕੋਈ ਵਡਿਆਈ ਕਰੇ ਤਾਂ ਮੈਂ ਉਹਨਾਂ ਦੇ ਪਾਸ ਹੀ ਬੈਠਾ, ਤਾਂ ਉਹ ਇਹੀ ਅੰਦਰੋਂ ਪੜ੍ਹੀ ਗਏ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਜਿੰਨੀ ਦੇਰ ਸਟੇਜ ਤੋਂ ਉਹਨਾਂ ਦੀ ਕੋਈ ਗੱਲ ਚੱਲ ਰਹੀ ਸੀ, ਉਨੀ ਦੇਰ ਉਹਨੇ ਇਹੀ ਪੰਕਤੀ ਕਹੀ। ਉਹ ਵਡਿਆਈ ਜਮ੍ਹਾਂ ਕਰਾ ਦਿੰਦੇ, ਉਹ ਫਿਰ ਵਡਿਆਈਆਂ ਵੱਧਦੀਆਂ ਨੇ। ਆਪਾਂ ਵੀ ਪੰਕਤੀ ਪੜ੍ਹੀਏ ਸਾਰੇ ਪਿਆਰ ਨਾਲ।
ਜਪਣ ਵਾਲਿਆਂ ਦੀ ਸੰਗਤ, ਸੇਵਾ ਕਰਨ ਵਾਲਿਆਂ ਦੀ ਸੰਗਤ, ਸਤਿਗੁਰ ਕੀ ਸੇਵਾ ਅਤ ਸੁਖਾਲੀ, ਸੁੱਖ ਦੇਣ ਵਾਲੀ ਹੈ। ਕਿਹੜੀ ਚੀਜ਼ ਹੈ ਜਿਹੜੀ ਸੇਵਾ 'ਚੋਂ ਨਹੀਂ ਮਿਲਦੀ? ਸਭ ਕੁਝ ਸੇਵਾ 'ਚੋਂ ਮਿਲਦਾ ਹੈ। ਪਾਤਸ਼ਾਹ ਨੇ ਲਿਖ ਕੇ ਦਿੱਤਾ ਹੈ, ਤੂੰ ਪਛੜਿਆ ਹੋਵੇਂ ਤੈਨੂੰ ਗੁਰੂ ਆਗੂ ਬਣਾ ਸਕਦਾ ਹੈ, ਤੇਰੇ ਕੋਲ ਧਨ ਘਟ ਜਾਏ ਗੁਰੂ ਤੈਨੂੰ ਧਨਵਾਨ ਕਰ ਸਕਦਾ ਹੈ, ਤੂੰ ਰੋਗੀ ਹੋ ਜਾਏ ਗੁਰੂ ਤੇਰਾ ਰੋਗ ਦੂਰ ਕਰ ਸਕਦਾ ਹੈ, ਤੂੰ ਭਗਤੀ ਕਰਨਾ ਚਾਹਵੇਂ ਗੁਰੂ ਤੈਨੂੰ ਭਗਤ ਬਣਾ ਸਕਦਾ ਹੈ। ਕਰ ਕੀ? ਸੇਵਾ ਕਰਕੇ ਵੇਖ। ਪਾਸ਼ੰ ਕਰੋ ਤਗਰਣੀ ਵੈ ਨਿਰਾਸੰ ਆਸ ਪੂਰਣੈ, ਨਿਰਧਨ ਭਯੰ ਧਨਵੰਤੇ ਰੋਗੀਅੰ ਰੋਗ ਖੰਡਣੈ, ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨੈ, ਪਾਰ ਬ੍ਰਹਮ ਪੁਰਖ ਦਾ ਤਾਰੈ, ਨਾਨਕ ਗੁਰ ਸੇਵਾ ਕਿਨੈ ਨਾ ਲੱਭ। ਤੇ ਕਿਹੜੀ ਚੀਜ਼ ਹੈ ਜਿਹੜੀ ਸੇਵਾ 'ਚੋਂ ਨਹੀਂ ਲੱਭਦੀ? ਆਓ ਆਪਾਂ ਮਿਲ ਕੇ ਪਿਆਰ ਨਾਲ ਕਹੀਏ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ, ਸਾਰੇ ਪੜਿਓ, ਕੋਈ ਨਾਉ ਨ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਕਹੋ ਨਾਨਕ ਤੁਧ ਆਗੇ ਅਰਦਾਸ ਹਮਾਰੀ, ਤੁਧ ਆਗੇ ਅਰਦਾਸ ਹਮਾਰੀ, ਤੁਧ ਆਗੇ ਅਰਦਾਸ ਹਮਾਰੀ, ਤੁਧ ਆ ਜੀਉ ਪਿੰਡ ਸਭ ਤੇਰਾ, ਜੀਉ ਪਿੰਡ ਸਭ ਤੇਰਾ, ਜੀਉ ਪਿੰਡ ਸਭ ਤੇਰਾ, ਜੀਉ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ, ਕਹੋ ਨਾਨਕ ਸਭ। ਕੋਈ ਨਾਉ ਨ ਜਾਣੈ ਮੇਰਾ, ਕੋਈ ਨਾਉ ਨ ਜਾਣੈ ਮੇਰਾ, ਕੋਈ ਨਾਉ ਨ ਜਾਣੈ, ਕੋਈ ਨਾਉ ਨ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ। ਕੋਈ ਨਾਉ ਨ ਜਾਣੈ ਮੇਰਾ, ਕੋਈ ਨਾਉ ਨ ਜਾਣੈ ਮੇਰਾ, ਕੋਈ ਨਾਉ ਨ ਜਾਣੈ ਮੇਰਾ, ਕੋਈ ਨਾਉ ਨ ਜਾਣੈ। ਆਖੋ ਸਤਨਾਮ ਸ੍ਰੀ। ਸਾਧ ਸੰਗਤ, ਜਿਨ੍ਹਾਂ ਦੀ ਇਹ ਵਡਿਆਈ ਸਤਿਗੁਰ ਦੇ ਦਰ ਕਬੂਲ ਪੈਂਦੀ ਹੈ, ਉਹਨਾਂ ਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ। ਲੋਕ ਕਈ ਕਈ ਵਰ੍ਹਿਆਂ ਤੱਕ ਉਹਨਾਂ ਦੀਆਂ ਬਾਤਾਂ ਪਾਉਂਦੇ ਨੇ। ਸੰਸਾਰ 'ਚ ਕੋਈ ਕਿੰਨਾ ਵੀ ਅਮੀਰ ਬੰਦਾ ਹੋਵੇ, ਉਹਦੀ ਬਾਤ ਥੋੜ੍ਹੇ ਦਿਨਾਂ ਵਿੱਚ ਮੁੱਕ ਜਾਂਦੀ ਹੈ, ਪਰ ਜਪਣ ਵਾਲਿਆਂ ਦੀ ਵਡਿਆਈ ਬਹੁਤ ਲੰਬਾ ਸਮਾਂ ਰਹਿੰਦੀ ਹੈ। ਉੜੀਸਾ ਦਾ ਇੱਕ ਸੱਜਣ ਸੀ, ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਟਕਸਾਲ, ਦਮਦਮੀ ਟਕਸਾਲ ਵਾਲੇ, ਉੱਥੇ ਪ੍ਰਚਾਰ ਕਰਨ ਗਏ ਤਾਂ ਉਹ ਬੱਚਾ ਉਹਨਾਂ ਨੂੰ ਪਿਆਰਾ ਲੱਗਾ। ਉਹਨਾਂ ਕਿਹਾ, ਬੇਟਾ ਸਾਡੇ ਨਾਲ ਚੱਲ, ਪੂਰਬਲੇ ਜਨਮ ਤੋਂ ਭਾਈ ਤੇਰੀ ਸੇਵਾ ਗੁਰੂ ਨਾਨਕ ਦੇ ਘਰ ਹੈ। ਉਹ ਸਾਧ ਸੰਗਤ ਉਹਨਾਂ ਨਾਲ ਹੀ ਜੁੜ ਗਿਆ, ਇੰਨੀ ਸੇਵਾ ਕੀਤੀ ਉਹਨਾਂ ਦੀ ਸੰਗਤ ਵਿੱਚ। ਉਹਨੂੰ ਉੜੀਸਾ ਵਾਲਾ ਸਿੰਘ ਕਹਿੰਦੇ ਰਹੇ। ਔਰ ਕੈਸਾ ਪਿਆਰ ਹੋਏਗਾ, ਕੈਸਾ ਸਨੇਹ ਹੋਏਗਾ, ਕੈਸਾ ਰਿਸ਼ਤਾ ਹੋਏਗਾ। ਇਹ ਪੰਕਤੀ ਕਿੰਨੀ ਹਿਰਦੇ ਤੋਂ ਕਮਾਲੀ ਹੋਏਗੀ।
कि नानक कच्चड़ियां स्यों तोड़, ढूंढ सज्जन संत पक्कियां, ओए जीवन दे बिछड़े वो मोया ना जाही शोर। किन्नी हिरदे तो पंक्ति कमाई होएगी। बहुत नज़दीक रहने वाले बंदे भी नेड़े रहे, परिवार वाले भी नेड़े रहे, पुत्र धीआं भी नेड़े रहे, पर उस सेवादार सिख नाल किन्ना नेड़े दा स्नेह होएगा, किन्नी अंदर दी प्रीत कमाई होएगी। तुसीं हैरान होवोगे जदों अंतिम समा आया चिखा वली ते साध संगत वो अखां बंद करके जिन्नी देर सोहला साहब हुंदा सी चिखा दे भार खड़ा रहा, अखां च विराग सी, किसे नूं भेत ना दिता। जदों चिखा लटा लटै अग बल गई ते साध संगत इक्को ही छड़प्पा मारिया, पूरी चिखा विच बह गया। एक बार भी हाय नहीं, वाहिगुरू वाहिगुरू वाहिगुरू, कोई बंदा नेड़े नहीं आया, नाल चिखा दे गया। सब हैरान रहे। इहो जी प्रीत साध संगत, इहदी तुसीं की व्याख्या करोगे, की इहदे बारे कह सकोगे? इन्ना स्नेह, इन्नी प्रीत, नाल दे जम्मे होए, घर दे जम्मे होए, नेड़े रहन वाले कई बार नहीं कमा सकते। सो ये साध संगत संसार के अंदर वक्री प्रीत वक्रा स्नेह है। जिथे परिवारक मैंबरां नूं इस चीज़ का घाटा रहिंदा है, स्नेह रहिंदा है, उत्थे जिहड़े सेवा विच नाल रहिंदे उन्हां नूं शायद नेड़े वालियां नालों भी ज़्यादा खिच रहिंदी है, ज़्यादा दुख रहिंदा है, क्योंकि जपण वालियां दी दुनिया बहुत वड्डी हो जाती। भाई साहब जी बैठे ने बुलंदपुरी साहब, इन्हां दा भाई बलदेव सिंह जी बुलंदपुरी दरबार साहब भी कीर्तन करते, हुण भी तुहानूं सवा घंटा ही नहीं कीर्तन सुनाया है। पंजाबी दा एक कवि है, उन्होंने हुण स्टेट गौरमेंट ने मिनिस्टर का रैंक दिता है। उहदी एक पंक्ति बड़ी मकबूल हुई कि इन्ना ना सच बोल कि कल्ला ही रह जावें, चार क बंदे चाहिए अंत मोढ़ा देण लई। एक दिन अखबार में छप गई तो महापुर सैर कर रहे सन, वो अखबार का टोटा सामने पिया तो उन्हें चुक लिया तो उन्हें झाड़ के पढ़न लग पे। तो सेवादार नूं कहंदे देखो जी ये कितना सोहना लिखिया होया है। वो सारी रवाई उन्हें लिखी सी कविता। तो बार बार वह बंद सी वे इन्ना ना सच बोल के कल्ला रह जाए, चार क बंदे चाहिए अंत मोढ़ा देण लई। तो महापुरुष नूं पढ़ के ना हसन लग पे ते हस के कहंदे भी बाकी तो ठीक है, पर आ संसारियां वास्ते तो ठीक है, पर यह पंक्ति सारियां ते नहीं बई लागू हुंदी। तो सेवादार भी कहंदे महाराज तुहानूं पता है, कहंदे नहीं इहनूं फोन करो बई। तो जिहड़ा कवि उहनूं फोन भी किया तो कहते भाई लिखो भी इदा भी हो सकता है भी इन्ना ही सच बोल। गुरमत की खेड अलग है, संसार वालियां दी होर है। संसारियां दी गल है भी इन्ना ना सच बोल, चार क बंदे तो रख ला मोढ़ा देण लई। कहते रब दे घर दी होर गल है, इत्थे तां इन्ना ही सच बोल कि कल्ला ही रह जावे। इन्ना ही सच बोल कि कल्ला ही रह जावे, वो लखां लोकी आ जाणगे तैनूं मोढ़ा देण लई। साध संगत जिदण साधु संसार तो जांदा है उदण दुनिया का कोई पता नहीं। मैं अंत समा बाबा सेवा सिंह जी कार सेवा वाले, बाबा लाभ सिंह जी किला आनंदगढ़ वाले, तुसीं हैरान होवोगे। संगत का एक पासा अर्थी भगवान श्री कीरतपुर साहब ते संगत का दूजा कोना जिहड़ा सी वो श्री तख्त आनंदपुर साहब केसगढ़ साहब। इन्ना लंबा जाम, इन्नी संगत, और लोग विदेशों तो टिकटां खर्च के आ जाते हैं, हज़ारों रुपए दी टिकटां ला के आ जाते हैं, जिन्होंने स्नेह अंदर प्यार है। सो ये गुरमत गाड़ी राह है। मैनूं पता है इत्थे भी बड़ा प्रेम प्यार बाबा जी ने रायपुर के इलाके विच भी बहुत संगतां नाल प्यार बनिया। तुसीं सज्जण उत्थों आए हो, जी आया नूं। सतगुर किरपा करन अज साडी इन्नी हाज़री प्रवान करियो।